ਬਨਵਾਸ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦਿ। ਵਾਹਿਗੁਰੂ ਵਾਹਿਗੁਰੂ। ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨ। ਦਿਆਲ ਪੁਰਖ ਭਗਵਾਨ ਨਾਨਕ ਲਿਪਤ ਨਾ ਮਾਇਆ। ਪਾਏ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ। ਜਿਨਹੁ ਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ। ਮੇਲ ਲਿਓ ਦਿਆਲ ਟੈ ਪੈ ਦੁਆਰਿਆ। ਰਖ ਲਿਓ ਦੀਨ ਦਿਆਲ ਪਰਮੰਤ ਬਹਾਰਿਆ। ਭਗਤ ਵਸਲ ਤੇਰਾ ਬਿਰਦ ਹਰ ਪਤ ਤੂੰ ਆਧਾਰਿਆ। ਤੁਧ ਬਿਨ ਨਾਹੀ ਕੋਈ ਬਨੋ ਮੋਹਿ ਸਾਰਿਆ। ਕਰ ਗਹਿ ਲਿਓ ਦਿਆਲ ਸਾਗਰ ਸੰਸਾਰਿਆ। ਹੇ ਗੋਵਿੰਦ ਹੇ ਗੋਪਾਲ ਹੇ ਦਿਆਲ ਲਾਲ। ਪ੍ਰਾਨ ਅਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਾਇਆ ਤਾਰ। ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਏਕੰਕਾਰਾ ਸਤਿਗੁਰੂ ਤਹਿ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸਨ ਸੋਇ। ਸਤਨਾਮ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼ਾਹ ਬਹਾਦਰ ਫਿਰ ਕਹੀ ਹਾਥ ਜੋਰ ਚਹਿ ਬਾਤ। ਜੇ ਨਹਿ ਬਰਜਤ ਆਪ ਤਿਸ ਗਦਲ ਮਿਟੈ ਕਿਸ ਭਾਂਤ। ਸ਼ਾਹ ਬਹਾਦਰ ਫਿਰ ਕਹੀ ਹਾਥ ਜੋਰ ਜਹਿ ਬਾਤ। ਜੇ ਨਹਿ ਬਰਜਤ ਆਪ ਤਿਸ ਗਦਲ ਮਿਟੈ ਕਿਸ ਭਾਂਤ। ਪਰਮ ਸਨਮਾਨਯੋਗ ਜਾਵਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਕਲਯੁਗ ਕੀ ਓਟ ਦੀਨ ਦੁਨੀ ਦੇ ਮਾਲਕ ਸਾਰੇ ਹੀ ਸੰਸਾਰ ਦੇ ਸਾਂਝੇ ਰਹਿਬਰ ਜੁਗੋ ਜੁਗ ਅਟਲ। ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਮਿਹਰ ਰਹਿਮਤ ਅਪਾਰ ਬਖਸ਼ਿਸ਼ ਦੇ ਸਦਕਾ ਆਪ ਸਰਬ ਸੰਗਤਾਂ ਦੂਰੋਂ ਨੇੜੋਂ ਚੱਲ ਕਰਕੇ ਮੇਰੇ ਸਤਿਗੁਰੂ ਚੋਜੀ ਪ੍ਰੀਤਮ ਕਲਗੀਧਰ ਦਸਮੇਸ਼ ਪਿਤਾ ਧੰਨ ਧੰਨ ਸਹਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵੱਲੋਂ ਸਥਾਪਿਤ ਸਥਾਨ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ
ਸਤਿਗੁਰਾਂ ਦੀ ਪਾਵਨ ਪਵਿੱਤਰ ਦਰਬਾਰ ਅੰਦਰ ਸ਼ਾਮਾਂ ਦੇ ਦੀਵਾਨ ਅੰਦਰ ਹਾਜ਼ਰੀ ਭਰਨ ਦੇ ਲਈ ਔਰ ਗੁਰੂ ਦੀਆਂ ਵਡਿਆਈਆਂ, ਗੁਰੂ ਦੀਆਂ ਵਿਚਾਰਾਂ ਨੂੰ ਸਰਵਣ ਕਰਨ ਵਾਸਤੇ ਆ ਕਰਕੇ ਸਤਿਗੁਰਾਂ ਨੂੰ ਨਤਮਸਤਕ ਹੋਏ ਹਾਂ। ਗੁਰੂ ਪਿਆਰੇ ਸਾਧ ਸੰਗਤ ਜੀ, ਬੜੇ ਹੀ ਅਦਬ, ਪਿਆਰ, ਸਤਿਕਾਰ ਸਹਿਤ ਆਪ ਜੀ ਹਜ਼ੂਰੀ ਜਥੇ ਪਾਸੋਂ ਸ਼ਬਦ ਕੀਰਤਨ ਅੰਮ੍ਰਿਤਮਈ ਬਾਣੀ ਦਾ ਸਰਵਣ ਕਰ ਰਹੇ ਸੀ। ਸਤਸੰਗ ਦੀਆਂ ਘੜੀਆਂ ਮੇਰੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀਆਂ ਨੇ। ਸਤਿਗੁਰੂ ਜੀ ਆਪਣੀ ਬਾਣੀ ਦੇ ਅੰਦਰ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਮਨੁੱਖ ਦੇ ਮਨ ਨੂੰ ਪ੍ਰੇਰਿਤ ਕਰਦੇ ਨੇ। ਸਤਿਗੁਰੂ ਜੀ ਸਮਝਾਉਂਦੇ ਪਏ ਨੇ ਕਿ ਸੇਵਕ ਸਿੱਖ ਪੂਜਨ ਸਭ ਹਵਹਿ, ਸਭ ਗਾਵੈ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਉਸ ਜੀਵ ਦਾ, ਉਸ ਮਨੁੱਖ ਦਾ ਹੀ ਸੁਣਿਆ ਹੋਇਆ ਔਰ ਪੜ੍ਹਿਆ ਹੋਇਆ, ਗਾਇਆ ਹੋਇਆ ਗੁਰੂ ਦੇ ਦਰ ਦੇ ਉੱਪਰ ਪ੍ਰਵਾਨ ਹੁੰਦਾ ਹੈ ਕਿ ਜੋ ਗੁਰੂ ਦੇ ਹੁਕਮ ਅਨੁਸਾਰ ਆਪਣਾ ਜੀਵਨ ਬਤੀਤ ਕਰੇ। ਸਤਿਗੁਰੂ ਜੀ ਬਾਣੀ 'ਚ ਹੀ ਸਮਝਾਉਂਦੇ ਨੇ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਭਾਈ, ਵਿਸੜ ਝੂਟਾਂ ਖਾਵੈ। ਗੁਰੂ ਸਵਾਰੋ ਜਿਹੜਾ ਗੁਰੂ ਦੇ ਭਾਣੇ ਦੇ ਵਿੱਚ, ਗੁਰੂ ਦੀ ਰਜ਼ਾ ਦੇ ਵਿੱਚ, ਗੁਰੂ ਦੇ ਹੁਕਮ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ ਹੈ ਤੇ ਮੇਰੇ ਸਤਿਗੁਰੂ ਜੀ ਤਰੁੱਠ ਕਰਕੇ ਉਹਦੀਆਂ ਚੂੜੀਆਂ ਭਰ ਦਿੰਦੇ ਆ। ਮੇਰੇ ਸਤਿਗੁਰੂ ਜੀ ਬੜੇ ਖੁਸ਼ ਹੁੰਦੇ ਨੇ ਵੀ ਆ ਸਿੱਖਾ ਤੂੰ ਆ ਤੇ ਆ ਕੇ ਖੁਸ਼ੀਆਂ ਦੀਆਂ ਦਾਤਾਂ ਪ੍ਰਾਪਤ ਕਰ। ਕਿਉਂ? ਕਿਉਂਕਿ ਮਾਲਕ ਨੇ ਆਪਣੇ ਹੱਥ ਦੇ ਵਿੱਚ ਦਾਤਾਂ ਰੱਖੀਆਂ ਨੇ। ਦਾਤਾ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ। ਜੋ ਗੁਰੂ ਨੂੰ ਭਾ ਗਿਆ, ਜੋ ਗੁਰੂ ਨੂੰ ਚੰਗਾ ਲੱਗਿਆ, ਜੋ ਗੁਰੂ ਦੇ ਦਰ ਦੇ ਉੱਪਰ ਆ ਕਰਕੇ ਨਮਸਕਾਰ ਕਰਕੇ ਗੁਰੂ ਨੂੰ ਚੰਗਾ ਲੱਗਿਆ, ਗੁਰੂ ਜੀ ਤਰੁੱਠ ਜਾਂਦੇ ਆ। ਤੇ ਸੱਚ ਜਾਣਿਓ ਕਿ ਜਦੋਂ ਗੁਰੂ ਤਰੁੱਠ ਜਾਏ ਨਾ ਤੇ ਮੇਰੇ ਮਾਲਕ ਜੀ ਫਿਰ ਐਡੀਆਂ ਬਖਸ਼ਿਸ਼ਾਂ ਕਰਦੇ ਨੇ ਨਾ, ਫਿਰ ਉਹ ਬਖਸ਼ਿਸ਼ਾਂ ਇਸ ਤਰ੍ਹਾਂ ਦੀਆਂ ਹੋ ਜਾਂਦੀਆਂ ਕਿ ਸਤਿਗੁਰੂ ਜੀ ਫਿਰ ਮੁੜ ਕੇ ਪਛਤਾਉਂਦੇ ਨਹੀਂ। ਉਹ ਨਹੀਂ ਪਛਤਾਉਂਦੇ ਕਿ ਮੈਂ ਦਾਤਾਂ ਦੇ ਕਰਕੇ ਇਸ ਸਿੱਖ ਨੂੰ ਕਿਉਂ ਦਿੱਤੀਆਂ, ਤੇ ਗੁਰੂ ਝੋਲੀਆਂ ਭਰ ਦਿੰਦਾ ਹੈ। ਤੇ ਗੁਰੂ ਸਵਾਰੋ ਬਸ ਜ਼ਿਕਰ ਤਾਂ ਇਹ ਹੈ ਕਿ ਅੱਜ ਜੇ ਅਸੀਂ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਸਥਾਨ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਦਰਬਾਰ ਦੇ ਵਿੱਚ ਪਹੁੰਚੇ ਹਾਂ ਤਾਂ ਮੇਰੇ ਸਤਿਗੁਰੂ ਜੀ ਇੰਨੇ ਖੁਸ਼ ਹੋ ਜਾਣ, ਇੰਨੇ ਤਰੁੱਠ ਜਾਣ ਕਿ ਮੇਰੇ ਮਾਲਕ ਜੀ ਕੋਲੋਂ ਅਸੀਂ ਝੋਲੀਆਂ ਭਰ ਕੇ ਲੈ ਕੇ ਜਾਈਏ, ਬਖਸ਼ਿਸ਼ਾਂ ਲੈ ਕੇ ਜਾਈਏ। ਬਖਸ਼ਿਸ਼ਾਂ ਲੈਣ ਦਾ ਬਸ ਇੱਕੋ ਇੱਕ ਢੰਗ ਹੈ, ਮੇਰਾ ਲੈਣ ਦਾ, ਗੁਰੂ ਨੂੰ ਖੁਸ਼ ਕਰਨ ਦਾ ਇੱਕੋ ਹੀ ਇੱਕ ਢੰਗ ਹੈ ਕਿ ਸਤਿਗੁਰੂ ਦੇ ਕਹੇ ਦੇ ਅਨੁਸਾਰ ਆਪਣਾ ਜੀਵਨ ਜਿਉਣਾ ਸ਼ੁਰੂ ਕਰ ਦੇ। ਗੁਰੂ ਦੇ ਹੁਕਮ ਦੇ ਅਨੁਸਾਰ ਆਪਣਾ ਜੀਵਨ ਜਿਓ। ਜੋ ਗੁਰ ਕਹੈ ਸੋ ਭਲ ਮਾਨੋ, ਜੋ ਗੁਰੂ ਨੇ ਕਹਿ ਦਿੱਤਾ ਤੇ ਉਹ ਅਸੀਂ ਮੰਨਣਾ ਹੈ। ਸਤਿਗੁਰੂ ਜੀ ਬਾਣੀ 'ਚ ਸਮਝਾਉਂਦੇ ਨੇ, ਜੋ ਗੁਰ ਕਹੈ ਸੋ ਸਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ। ਤੇ ਗੁਰੂ ਸਵਾਰੋ ਜੋ ਗੁਰੂ ਨੇ ਕਹਿ ਦਿੱਤਾ ਨਾ ਤੇ ਉਹਨੂੰ ਅਸੀਂ ਸਵੀਕਾਰ ਕਰਕੇ ਮੰਨਣਾ ਹੈ, ਉਹਨੂੰ ਅਸੀਂ ਸਿਰ ਮੱਥੇ ਪ੍ਰਵਾਨ ਕਰਨਾ ਕਿ ਮੇਰੇ ਗੁਰੂ ਨੇ ਮੇਰੇ ਲਈ ਆ ਮੈਨੂੰ ਹੁਕਮ ਦੇ ਦਿੱਤਾ ਤੇ ਅੱਜ ਤੋਂ ਬਾਅਦ ਮੈਂ ਹੁਕਮ ਅਦੁੱਲੀ ਨਹੀਂ ਕਰਾਂਗਾ, ਮੈਂ ਗੁਰੂ ਦੇ ਹੁਕਮ ਤੇ ਪਹਿਰਾ ਦੇਵਾਂਗਾ। ਤੇ ਗੁਰੂ ਸਵਾਰਿਓ ਗੁਰੂ ਦੇ ਹੁਕਮ ਦੇ ਉੱਪਰ ਤੇ ਗੁਰੂ ਦੀ ਵਡਿਆਈ ਦੇ ਅਨੁਸਾਰ ਅਸੀਂ ਆਪਣਾ ਜੀਵਨ ਜਿਉਣਾ ਹੈ। ਸੋ ਆਪ ਜੀ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਜੁੜ ਬੈਠੇ ਹੋ। ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਜੋ ਆਪ ਜੀ ਸ੍ਰੀ ਗੁਰਪੰਥ ਪ੍ਰਕਾਸ਼ ਕਵੀ ਗਿਆਨੀ ਗਿਆਨ ਸਿੰਘ ਜੀ, ਜਿਨ੍ਹਾਂ ਨੇ ਬੜੀ ਹੀ ਵਿਦਵਤਾ ਦੇ ਨਾਲ ਬੜੇ ਹੀ ਸੋਹਣੇ ਕਲਮ ਦੇ ਨਾਲ ਗੁਰ ਇਤਿਹਾਸ ਨੂੰ ਲਿਖਣ ਦਾ ਯਤਨ ਕੀਤਾ ਹੈ। ਲਗਾਤਾਰ ਆਪ ਜੀ ਸਰਵਣ ਕਰਦੇ ਆ ਰਹੇ ਹੋ। ਜੋ ਆਪ ਜੀ ਨੇ ਕੱਲ ਦੇ ਦੀਵਾਨ ਦੇ ਅੰਦਰ ਭਾਈ ਸਾਹਿਬ ਜੀ ਤੋਂ ਸਰਵਣ ਕੀਤਾ, ਇਤਿਹਾਸ ਦੀ ਲੜੀ ਨੂੰ ਜੋੜਨ ਦੇ ਲਈ ਕੁਝ ਸੰਖੇਪ ਮਾਤਰ ਕਿ ਕਵੀ ਜੀ ਨੇ ਬੜੇ ਸੋਹਣੇ ਢੰਗ ਦੇ ਨਾਲ ਬਿਆਨ ਕਰਨ ਦਾ ਯਤਨ ਕੀਤਾ ਹੈ ਕਿ ਮੇਰੇ ਸਤਿਗੁਰੂ ਕਲਗੀਧਰ ਦਸਵੇਂ ਪਿਤਾ ਜੀ ਨੇ ਨੰਦੇੜ ਦੀ ਧਰਤੀ ਤੋਂ, ਸਤਿਗੁਰੂ ਜੀ ਨੰਦੇੜ ਦੀ ਧਰਤੀ ਤੇ ਨੇ, ਅਵਚਲ ਨਗਰ ਜਿਹਨੂੰ ਅਸੀਂ ਕਹਿੰਦੇ ਹਾਂ, ਹਜ਼ੂਰ ਸਾਹਿਬ। ਸਤਿਗੁਰੂ ਜੀ ਉਸ ਧਰਤੀ ਤੋਂ ਨਾ ਬੰਦੇ ਨੂੰ ਥਾਪਣਾ ਦੇ ਕੇ ਭੇਜਦੇ ਆ, ਥਾਪਣਾ। ਤੇ ਸਤਿਗੁਰੂ ਜੀ ਨੇ ਤੀਰਾਂ ਦੀ ਬਖਸ਼ਿਸ਼ ਕੀਤੀ।
ਸਤਿਗੁਰੂ ਜੀ ਦੇ ਹੁਕਮ ਨੂੰ ਪਾ ਕੇ ਬੰਦਾ ਸਿੰਘ ਬਹਾਦਰ ਜਿਹੜਾ ਹੈ ਤੇ ਉਹ ਲਾਹੌਰ ਦੇ ਵੱਲ ਆਉਂਦਾ ਹੈ, ਪੰਜਾਬ ਵੱਲ ਆਉਂਦਾ ਹੈ, ਚੜ੍ਹਾਈ ਕਰਦਾ ਹੈ। ਆ ਕਰਕੇ ਕਰਦਾ ਕੀ ਹੈ, ਬੜੀਆਂ ਆ ਕੱਲ ਕੇ ਕਹਿਣ ਲੱਗੇ, ਕਵੀ ਜੀ ਦੱਸਦੇ ਪਏ ਨੇ, ਕਹਿੰਦੇ ਇਸ ਤਰ੍ਹਾਂ ਦੀਆਂ ਤਸੱਲੀਆਂ ਮਚਾ ਦਿੱਤੀਆਂ ਜਦੋਂ ਸਾਰਾ ਹਾਲ ਕਲਗੀਧਰ ਦਸਵੇਂ ਪਿਤਾ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਦੱਸਿਆ, ਹਾਲ ਸੁਣਾਇਆ, ਤੇ ਫਿਰ ਥਾਪਣਾ ਦੇ ਕੇ ਜਦੋਂ ਬੰਦਾ ਸਿੰਘ ਬਹਾਦਰ ਜੀ ਨੂੰ ਪੰਜਾਬ ਦੇ ਵੱਲ ਭੇਜਿਆ ਤਾਂ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਦਿੱਤੀ। ਸਹੌੜੇ ਦੀ ਬੇਸ਼ੱਕ ਦੀ ਜਿੱਤ ਹੋਵੇ, ਸਮਾਣੇ ਦੀ ਬੇਸ਼ੱਕ ਦੀ ਜਿੱਤ ਹੋਵੇ। ਤੇ ਇਹ ਇਤਿਹਾਸ ਜਿਹੜਾ ਹੈ ਉਹ ਆਪ ਜੀ ਸਰਵਨ ਕਰ ਰਹੇ ਹੋ, ਕਲਗੀਧਰ ਦਸਵੇਂ ਪਿਤਾ ਜੀ ਦੇ ਜੋਤੀ ਜੋਤ ਸਮਾਉਣਾ। ਇਹ ਅਖੀਰਲੇ ਵਚਨ, ਅਖੀਰਲਾ ਸਮਾਂ ਸੀਗਾ ਗੁਰੂ ਸਾਹਿਬ ਜੀ ਦਾ ਨੰਦੇੜ ਸਾਹਿਬ ਦੀ ਧਰਤੀ ਦੇ ਉੱਪਰ ਕਿ ਮੇਰੇ ਸਤਿਗੁਰੂ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਵੱਲ ਭੇਜਦੇ ਅਤੇ ਪੰਜਾਬ ਦੀ ਹਾਲਤ ਇਸ ਤਰ੍ਹਾਂ ਦੀ ਬਣ ਜਾਂਦੀ। ਤੇ ਸਾਰੇ ਕਿਤੇ ਆ ਕਰਕੇ ਜੋ ਬੰਦਾ ਸਿੰਘ ਬਹਾਦਰ ਜੀ ਹਰ ਇੱਕ ਥਾਂ ਦੇ ਉੱਪਰ ਨਿਸ਼ਾਨ ਸਾਹਿਬ ਚਲਾ ਦਿੰਦੇ ਆ, ਹਰ ਇੱਕ ਜਗ੍ਹਾ ਦੇ ਉੱਪਰ ਖਾਲਸੇ ਦਾ ਰਾਜ ਆ ਜਾਂਦਾ ਹੈ। ਤੇ ਮਾਫ ਕਰੋ, ਮੈਂ ਇੱਥੇ ਇੱਕ ਜ਼ਰੂਰ ਜ਼ਿਕਰ ਕਰਾਂਗਾ, ਖਾਲਸੇ ਨੇ ਰਾਜ ਕੀਤਾ ਬਹੁਤ ਵਾਰੀ ਹੈ, ਪਰ ਸੱਚ ਜਾਣ ਸਾਡੀ ਬਦਕਿਸਮਤੀ ਸੀ, ਬਹੁਤਾ ਸਮਾਂ ਰਾਜ ਭਾਗ ਨੂੰ ਸਾਂਭ ਨਹੀਂ ਸਕੇ ਸੀ। ਬੇਸ਼ੱਕ ਦੀ ਉਹ ਬੰਦਾ ਸਿੰਘ ਬਹਾਦਰ ਦਾ ਰਾਜ ਹੋਵੇ, ਬੇਸ਼ੱਕ ਦੀ ਉਹ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਹੋਵੇ। ਤੇ ਗੁਰੂ ਸਵਾਰੋ, ਰਾਜ ਬੜਾ ਹੈ, ਸਿੱਖਾਂ ਦੇ ਕੋਲ ਆਇਆ ਪਰ ਹੱਥਾਂ ਦੇ ਵਿੱਚੋਂ ਚਲਾ ਗਿਆ। ਕਿਉਂ? ਉਹਦਾ ਕਾਰਨ ਕੀ ਸੀ? ਉਹਦਾ ਇਹੋ ਕਿ ਕਾਰਨ ਹੁੰਦਾ ਕਿ ਜਦੋਂ ਸਾਡੇ ਕੋਲ ਰਾਜ ਭਾਗ ਜਾਂਦੇ ਨੇ ਤੇ ਅਸੀਂ ਗੁਰੂ ਦੀ ਰਹਿਮਤ, ਗੁਰੂ ਦੀਆਂ ਬਖਸ਼ਿਸ਼ਾਂ ਨੂੰ ਭੁੱਲ ਜਾਂਦੇ ਹਾਂ। ਇਹ ਗੱਲ ਸੱਚ ਜਾਣਿਓ। ਆਪਾਂ ਜ਼ਿਕਰ ਪਹਿਲਾਂ ਸ਼ੁਰੂਆਤ ਕਰੀ ਹੈ ਕਿ ਗੁਰੂ ਦੇ ਹੁਕਮ ਦੇ ਅਨੁਸਾਰ ਜੀਵਨ ਜਿਉਣਾ ਹੈ। ਅੱਗੇ ਜ਼ਿਕਰ ਇਸ ਦਾ ਵੀ ਆਉਣਾ। ਇਤਿਹਾਸ ਦੇ ਅੰਦਰ ਕਵੀ ਜੀ ਨੇ ਬੜਾ ਸੋਹਣਾ ਜ਼ਿਕਰ ਕੀਤਾ ਵੀ ਬੰਦਾ ਸਿੰਘ ਬਹਾਦਰ ਵੀ ਜੋ ਗੁਰੂ ਦੇ ਹੁਕਮ ਦੀਆਂ ਕੁਝ ਉਦੂਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ, ਜਿਹਦੇ ਕਾਰਨ ਕਰਕੇ ਸਿਹਤਾਂ ਹੁੰਦੀਆਂ। ਸੋ ਇੱਥੋਂ ਤੱਕ ਆਪ ਜੀ ਨੇ ਕੱਲ੍ਹ ਦੇ ਦੀਵਾਨ ਦੇ ਅੰਦਰ ਇਤਿਹਾਸ ਨੂੰ ਸਰਵਣ ਕੀਤਾ। ਫਿਰ ਆਨ ਜਿਹੜਾ ਹੈ ਸ਼ਾਹ ਬਹਾਦਰ, ਤੇ ਸ਼ਾਹ ਬਹਾਦਰ ਜਿਹੜਾ ਜਾ ਕਰਕੇ ਗੁਰੂ ਸਾਹਿਬ ਜੀ ਨੂੰ ਮਿਲਦਾ ਹੈ। ਤੇ ਗੁਰੂ ਸਾਹਿਬ ਨੂੰ ਜਾ ਕੇ ਮਿਲਦਾ ਤੇ ਕੀ ਵਿਚਾਰਾਂ ਹੁੰਦੀਆਂ ਗੁਰੂ ਸਾਹਿਬ ਜੀ ਕੋਲ ਜਾ ਕੇ। ਆਓ ਇਸ ਲੜੀ ਨੂੰ ਅੱਗੇ ਲੈ ਕਰਕੇ ਚੱਲਦੇ ਹਾਂ ਕਿ ਸਤਿਗੁਰੂ ਜੀ ਸ਼ਾਹ ਬਹਾਦਰ ਦੇ ਨਾਲ ਵਿਚਾਰਾਂ ਹੋ ਰਹੀਆਂ, ਕਿਸ ਤਰ੍ਹਾਂ ਦੀਆਂ ਵਿਚਾਰਾਂ ਕਰਦੇ ਨੇ, ਉਹ ਕਵੀ ਜੀ ਆਪਣੇ ਕਲਮ ਦੇ ਨਾਲ ਆਪਣੇ ਬਿਆਨ ਤੋਂ ਬਿਆਨ ਕਰਦੇ ਪਏ ਨੇ। ਆਓ ਜੀ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਇਤਿਹਾਸ ਨੂੰ ਸਰਵਣ ਕਰਨ ਦਾ ਯਤਨ ਕਰੀਏ। ਸਾਰੀ ਸੰਗਤ ਇੱਕ ਵਾਰੀ ਉੱਚੀ ਆਵਾਜ਼ ਦੇ ਵਿੱਚ ਉਚਾਰਨ ਕਰੋ ਜੀ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਦੋਹਰਾ ਸ਼ਾਹ ਬਹਾਦਰ ਫਿਰ ਕਹੀ, ਹਾਥ ਜੋੜ ਜਹ ਬਾਤ। ਕਵੀ ਜੀ ਕਹਿੰਦੇ ਨਾ, ਜਦੋਂ ਮਤਲਬ ਕਿ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਵਿੱਚ ਤਸੱਲੀ ਮਚਾ ਦਿੱਤੀ, ਹਿੰਗਾਂ ਕਰਨੀਆਂ ਸ਼ੁਰੂ ਕੀਤੀਆਂ, ਫਿਰ ਕਹਿੰਦੇ ਸ਼ਾਹ ਬਹਾਦਰ ਨਾ ਗੁਰੂ ਸਾਹਿਬ ਜੀ ਕੋਲ ਗਿਆ। ਤੇ ਗੁਰੂ ਸਾਹਿਬ ਜੀ ਕੋਲ ਜਾ ਕਰਕੇ ਤੇ ਗੁਰੂ ਸਵਾਰੋ ਹੱਥ ਜੋੜ ਕਰਕੇ ਸਤਿਗੁਰੂ ਜੀ ਨੂੰ ਅਰਜ਼ ਕਰਦਾ ਪਿਆ ਹੈ, ਸਤਿਗੁਰੂ ਜੀ ਨੂੰ ਬੇਨਤੀ ਕਰ ਰਿਹਾ। ਕਵੀ ਜੀ ਲਿਖਦੇ ਪਏ ਨੇ, ਹਾਥ ਜੋੜ ਜਹ ਬਾਤ, ਹੱਥ ਜੋੜ ਕਰਕੇ ਗੁਰੂ ਜੀ ਅੱਗੇ ਬੰਦਨਾ ਜੋਜੜੀ ਬੇਨਤੀ ਕਰ ਰਿਹਾ ਹੈ। ਜੇ ਨਹਿ ਬਰਜਤ ਆਪ ਤਿਸ, ਗਦਲ ਮਿਟੈ ਕਿਸ ਭਾਂਤ। ਕਹਿਣ ਲੱਗੇ, ਮੇਰੇ ਮਾਲਕ ਜੀ ਇਹ ਸਤਿਗੁਰੂ ਜੀ ਕਿਰਪਾ ਕਰੋ, ਮਾਲਕ ਜੀ ਤੁਸੀਂ ਕਿਰਪਾ ਕਰੋ ਕਿ ਜੋ ਬੰਦਾ ਸਿੰਘ ਬਹਾਦਰ ਆਪ ਜੀ ਨੇ ਭੇਜੇ ਨਾ, ਤੁਸੀਂ ਉਹਨੂੰ ਰੋਕ ਨਾ ਕਰੋ, ਰੋਕ ਦਿਓ ਉਹਨੂੰ। ਤੁਸੀਂ ਕਿਉਂ ਰੋਕ ਦਿਓ? ਕਿਉਂਕਿ ਬੰਦਾ ਸਿੰਘ ਬਹਾਦਰ ਨੇ ਬੜੀ ਗਦਰ ਮਚਾ ਰੱਖੀ ਹੈ। ਬੰਦਾ ਸਿੰਘ ਬਹਾਦਰ ਨੇ ਹਰ ਥਾਂ ਤੇ ਹਲਚਲ ਮਚਾ ਰੱਖੀ ਹੈ। ਬੰਦਾ ਸਿੰਘ ਬਹਾਦਰ ਜਿਹੜੀਆਂ ਜਿੱਤਾਂ ਪ੍ਰਾਪਤ ਕਰਦਾ ਪਿਆ, ਸਾਰਿਆਂ ਨੂੰ ਤਹਿਸ ਨਹਿਸ ਕਰਦਾ ਪਿਆ, ਮਾਰਦਾ ਪਿਆ। ਬੇਸ਼ੱਕ ਦੇ ਸੂਬੇ ਸਰਹੰਦ ਦਾ ਵਜ਼ੀਰ ਖਾਂ ਕਿਉਂ ਨਾ ਹੋਵੇ, ਇਹਨੇ ਥੱਲੀਆਂ ਮਚਾ ਦਿੱਤੀਆਂ। ਐ ਸਤਿਗੁਰੂ ਜੀ ਤੁਹਾਡੇ ਅੱਗੇ ਮੇਰੀ ਜੋਜੜੀ ਹੈ, ਤੁਹਾਡੇ ਅੱਗੇ ਮੇਰੀ ਬੇਨਤੀ ਹੈ ਕਿ ਸਤਿਗੁਰੂ ਜੀ ਕਿਰਪਾ ਕਰੋ। ਆਪ ਜੀ ਕਹਿੰਦੇ ਜੇ ਨਾ ਤੁਸੀਂ ਵਰਜਿਆ, ਫਿਰ ਕਹਿੰਦੇ ਇਹ ਗਦਰ ਕਿਸੇ ਤਰੀਕੇ ਨਾਲ ਜਿਹੜੀ ਹੈਗੀ ਉਹ ਖਤਮ ਨਹੀਂ ਹੋਵੇਗੀ। ਮੈਂ ਆਪਣੇ ਮਨ ਦ੍ਰਿੜ ਰੱਖਿਓ, ਪਰਨ ਜਹੀ ਕਰ ਸਾਰ। ਸਤਿਗੁਰੂ ਜੀ ਨੂੰ ਕਹਿਣ ਲੱਗਾ ਵੀ ਮੈਂ ਪਰਨ ਕਰਦਾ ਹਾਂ, ਮੈਂ ਪਰਨ ਕਰ ਰਿਹਾ ਕਿ ਮੈਂ ਦ੍ਰਿੜਤਾ ਜਿਹੜੀ ਹੈਗੀ ਉਹ ਦ੍ਰਿੜਤਾ ਦੇ ਨਾਲ ਪੂਰੇ ਪੱਕੇ ਵਿਸ਼ਵਾਸ ਦੇ ਨਾਲ ਗੁਰੂ ਸਵਾਰੋ ਤੇ ਬੇਨਤੀ ਕਰਦਾ ਪਿਆ ਵੀ ਮੈਂ ਪਰਨ ਕਰਨਾ ਹਾਂ। ਕੀ ਪਰਨ ਕਰਨਾ? ਵੀ ਅੱਜ ਤੋਂ ਬਾਅਦ ਮੈਂ ਗੁਰੂ ਘਰ ਦੇ ਨਾਲ ਕਿਤੇ ਪੰਗਾ ਨਹੀਂ ਲਵਾਂਗਾ।
ਕਦੇ ਗੁਰੂ ਘਰ ਦੇ ਨਾਲ ਮੈਂ ਛੇੜਛਾੜ ਨਹੀਂ ਕਰਾਂਗਾ, ਕਦੇ ਗੁਰੂ ਸਾਹਿਬ ਜੀ ਨਾਲ ਕਦੇ ਛੇੜਛਾੜ ਨਹੀਂ ਕਰਾਂਗਾ। ਕਹਿਣ ਲੱਗੇ ਮੈਂ ਆਪਣੇ ਮਨ ਟਿਕ ਰੱਖੋ, ਪਰਨ ਜਹੀ ਕਰਸਾਰ, ਮੈਂ ਆਹ ਸਾਰ ਆ ਚੰਗੀ ਤਰ੍ਹਾਂ ਮੈਂ ਕਹਿੰਦਾ ਪਿਆ ਹਾਂ ਕਿ ਤੁਸੀਂ ਇਹ ਸਤਿਗੁਰੂ ਜੀ ਕਦੇ ਵੀ ਕਹਿੰਦੇ ਤੁਸੀਂ ਇਹ ਚੀਜ਼ ਨੂੰ ਮੰਨਣ ਦਾ ਯਤਨ ਕਰੋ, ਕਿ ਮੇਰੇ ਭਰੋਸਾ ਕਰਨ ਦਾ ਯਤਨ ਕਰੋ ਕਿ ਮੈਂ ਪਰਨ ਕਰਦਾ ਹਾਂ, ਕਦੇ ਵੀ ਮੈਂ ਇਸ ਤਰ੍ਹਾਂ ਦੀ ਕਹਾਣੀ ਨੂੰ ਪੇਸ਼ ਨਹੀਂ ਕਰਾਂਗਾ। ਗੁਰ ਕੇ ਕਰ ਸੰਗ ਕਵੀ ਮੈਂ ਨਾਹੀ ਕਰੋ ਗੋਹਾਰਾਰ। ਗੁਰ ਕੇ ਸੰਗ ਮੈਂ ਕਦੇ ਗੁਰੂ ਦੇ ਸੰਗ ਭਾਵ ਕਿ ਗੁਰੂ ਦੇ ਨਾਲ ਕਦੇ ਵੀ ਨੂੰ ਹਾਰ ਨਹੀਂ ਕਰਾਂਗਾ, ਭਾਵ ਕਿ ਕਦੇ ਵੀ ਮੈਂ ਛੇੜਛਾੜ ਨਹੀਂ ਕਰਾਂਗਾ। ਜੋ ਸੁਣ ਕਰ ਫਿਰ ਗੁਰ ਕਹਿਓ ਸੁਣੋ ਬਹਾਦਰ ਸ਼ਾਹ। ਕਹਿਣ ਲੱਗੇ ਵੀ ਅੱਗੇ ਫਿਰ ਨਾਲ ਹੀ ਬਚਨ ਕਰਦੇ ਪਏ ਆ, ਗੁਰੂ ਸਾਹਿਬ ਜੀ ਬਚਨ ਕਰਦੇ ਰਹੇ ਨੇ। ਕਵੀ ਜੀ ਕਹਿਣ ਲੱਗੇ ਵੀ ਜਦੋਂ ਇਸ ਬਹਾਦਰ ਸਾਹਿਬ ਦੀ ਗੱਲ ਨੂੰ ਸੁਣਿਆ ਨਾ ਚੰਗੀ ਤਰ੍ਹਾਂ ਸੁਣ ਕਰਕੇ, ਫਿਰ ਮੇਰੇ ਗੁਰੂ ਸਾਹਿਬ ਜੀ ਮੇਰੇ ਸਤਿਗੁਰੂ ਜੀ ਨੇ ਬਹਾਦਰ ਸਾਹਿਬ ਨੂੰ ਕਹਿਣਾ ਕੀਤਾ, ਕਹਿੰਦੇ ਬਹਾਦਰ ਸਾਹਿਬ ਤੇ ਸਾਡੀ ਗੱਲ ਨੂੰ ਸੁਣਨ ਦਾ ਯਤਨ ਕਰ। ਕਰਿਓ ਪ੍ਰਣ ਜਿਹ ਆਪ ਜੈ ਅਰ ਕਹਿ ਚਲਤ ਨਿਵਾਹ। ਤੇ ਗੁਰੂ ਸਵਾਰੋ ਫਿਰ ਅਗਲੇ ਨਾਲ ਹੀ ਜ਼ਿਕਰ ਕਰ ਰਹੇ ਆ ਤੇ ਕਵੀ ਜੀ ਜਿਹੜੇ ਆ ਉਹ ਦੱਸਦੇ ਪਏ ਨੇ, ਕਹਿੰਦੇ ਕਰਿਓ ਪਰਨ ਜੇ ਆਪ ਜਹੈ ਅਰ ਕਹਿ ਚਲਤ ਨਾ ਨਿਭਾ। ਕਹਿੰਦੇ ਜੇ ਪਰਨ ਕੀਤਾ ਨਾ, ਜੇ ਗੁਰੂ ਦੇ ਨਾਲ ਵਾਅਦਾ ਕੀਤਾ ਤੇ ਫਿਰ ਇਹ ਗੱਲ ਯਾਦ ਰੱਖੀ, ਜੇ ਗੁਰੂ ਨਾਲ ਵਾਅਦਾ ਕੀਤਾ ਤੇ ਬਾਅਦ ਨੂੰ ਨਿਭਾਉਣਾ ਜ਼ਰੂਰ ਪਏਗਾ। ਇਹ ਨਾ ਹੋਵੇ ਕਿ ਤੂੰ ਅੱਜ ਤੂੰ ਵਾਅਦਾ ਕੀਤਾ ਤੇ ਕੱਲ ਤੂੰ ਮੁੱਕਰ ਜਾਏ, ਕਿਉਂਕਿ ਉਹਦਾ ਕਾਰਨ ਕੀ ਸੀ ਗੁਰੂ ਸਵਾਰਿਓ। ਜਦੋਂ ਗੁਰੂ ਸਾਹਿਬ ਜੀ ਨਾਲ ਜਿਨ੍ਹਾਂ ਨੇ ਵੀ ਵਾਅਦੇ ਕੀਤੇ ਤੇ ਸੱਚ ਜਾਣੋ ਹਰ ਕੋਈ ਵਾਅਦੇ ਤੋਂ ਮੁੱਕਰਿਆ ਜ਼ਰੂਰ ਸੀਗਾ। ਬੇਸ਼ੱਕ ਦੀ ਉਹ ਆਨੰਦਪੁਰ ਦੇ ਰਹਿਣ ਦੇ, ਜਦੋਂ ਸਤਿਗੁਰੂ ਜੀ ਆਨੰਦਪੁਰ ਦੇ ਵਿੱਚ ਵਾਸੀ ਨੇ, ਸਤਿਗੁਰੂ ਜੀ ਦਾ ਪਰਿਵਾਰ ਆਨੰਦਪੁਰ ਸਾਹਿਬ ਦੇ ਵਿੱਚ ਰਹਿੰਦਾ ਪਿਆ। ਆਪ ਜੀ ਨੇ ਇਤਿਹਾਸ ਨੂੰ ਸਰਵਣ ਕੀਤਾ ਹੋਣਾ ਕਿ ਜਦੋਂ ਸਤਿਗੁਰੂ ਜੀ ਆਨੰਦਪੁਰ ਦੇ ਵਿੱਚ ਰਹਿੰਦੇ ਸੀ, ਉਸ ਸਮੇਂ ਵੀ ਜਦੋਂ ਰਾਜਾ ਕਹਿਲੂਰ ਦਾ ਰਾਜਾ ਅਜਮੇਰ ਚੰਦ, ਜਿਹਨੇ ਝੂਠੀਆਂ ਕਸਮਾਂ ਖਾਧੀਆਂ, ਝੂਠੀਆਂ ਕਸਮਾਂ ਖਾ ਕੇ ਸਤਿਗੁਰੂ ਜੀ ਨੂੰ ਭਰੋਸਾ ਦਿਵਾਇਆ ਸੀ ਕਿ ਤੁਸੀਂ ਕਿਲੇ ਨੂੰ ਖਾਲੀ ਕਰ ਦਿਓ, ਕਿ ਜੇ ਕਿਲੇ ਨੂੰ ਤੁਸੀਂ ਖਾਲੀ ਕਰ ਦਿਓਗੇ ਤੇ ਫਿਰ ਮੈਂ ਤੁਹਾਨੂੰ ਕੁਝ ਨਹੀਂ ਕਹਾਂਗਾ। ਯਾਦ ਰੱਖੋ ਸਤਿਗੁਰੂ ਜੀ ਨੇ 2 ਵਾਰੀ ਕਿਲੇ ਨੂੰ ਖਾਲੀ ਕਰਿਆ ਸੀਗਾ। ਇੱਕ ਕਿਲਾ ਕਰਿਆ ਸੀਗਾ ਸੰਨ 1700 ਦੇ ਵਿੱਚ, ਜਦੋਂ ਅਜਮੇਰ ਚੰਦ ਨੇ ਜਿਹੜਾ ਝੂਠੀ ਕਸਮ ਖਾ ਕੇ, ਗਊ ਦੀ ਕਸਮ ਖਾ ਕੇ ਕਿਲਾ ਖਾਲੀ ਕਰਾਇਆ। ਸਤਿਗੁਰੂ ਜੀ ਨੇ 1700 ਦੇ ਵਿੱਚ ਕਿਲਾ ਖਾਲੀ ਕੀਤਾ। ਉਸ ਤੋਂ ਬਾਅਦ ਕਿਲਾ ਖਾਲੀ ਕਰਨ ਤੋਂ ਬਾਅਦ ਜਦੋਂ ਸਤਿਗੁਰੂ ਜੀ ਨਰਵੋਗੜ੍ਹ ਦੀ ਜਗ੍ਹਾ ਤੇ ਜਾਂਦੇ ਆ ਨਾ, ਪਰਿਵਾਰ ਨੂੰ ਲੈ ਕਰਕੇ, ਸਿੰਘਾਂ ਨੂੰ ਨਾਲ ਲੈ ਕੇ, ਇਹੋ ਹੀ ਅਜਮੇਰ ਚੰਦ ਨੇ ਆਪਣੀ ਫੌਜ ਨੂੰ ਨਾਲ ਲੈ ਕੇ ਤੇ ਗੁਰੂ ਸਾਹਿਬ ਜੀ ਦੇ ਉੱਪਰ ਹਮਲਾ ਕਰਾਇਆ ਸੀਗਾ। ਝੂਠੀਆਂ ਕਸਮਾਂ ਖਾਈਆਂ, ਪਰ ਫਿਰ ਕੀ ਹੋਇਆ, ਸਤਿਗੁਰੂ ਜੀ ਉੱਥੋਂ ਅੱਗੇ ਚੱਲਦੇ ਬਪੌਰ ਸਾਹਿਬ ਆ ਕੇ ਰਹਿੰਦੇ ਨੇ। ਜਦੋਂ ਬਪੌਰ ਸਾਹਿਬ ਦੀ ਜਗ੍ਹਾ ਤੇ ਆ ਕੇ ਰਹਿੰਦੇ ਨੇ, ਇਹੋ ਹੀ ਰਾਜਾ ਤੇ ਫਿਰ ਜਾ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਡਿੱਗ ਪੈਂਦਾ ਹੈ ਵੀ ਸਤਿਗੁਰੂ ਜੀ ਬੜੀਆਂ ਭੁੱਲਾਂ ਹੋ ਗਈਆਂ ਤੇ ਆਪ ਜੀ ਬਖਸ਼ਣਹਾਰੋਂ ਤੇ ਬਖਸ਼ ਲਓ। ਤੇ ਮੇਰੇ ਸਤਿਗੁਰੂ ਜੀ ਦੁਆਰਾ ਆ ਕੇ ਫਿਰ ਆਨੰਦਪੁਰ ਸਾਹਿਬ ਦੇ ਉੱਪਰ ਆ ਕਰਕੇ ਕਬਜ਼ਾ ਕਰਦੇ। ਸਤਿਗੁਰੂ ਜੀ ਆਨੰਦਪੁਰ ਸਾਹਿਬ ਦੇ ਵਿੱਚ ਆਉਂਦੇ। ਸਤਿਗੁਰੂ ਜੀ ਜਦੋਂ ਆਨੰਦਪੁਰ ਸਾਹਿਬ ਦੇ ਵਿੱਚ ਆ ਕਰਕੇ ਰਹਿੰਦੇ ਨੇ, ਉਸ ਤੋਂ ਬਾਅਦ ਫਿਰ ਜਦੋਂ ਸਾਰੀ ਚੜ੍ਹਤ ਨੂੰ ਵੇਖਦਿਆਂ ਹੋਇਆਂ ਸਿੰਘਾਂ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਆਨੰਦਪੁਰ ਸਾਹਿਬ ਨੂੰ ਚਲਾਉਣ ਦਾ ਜੋ ਯਤਨ ਕੀਤਾ ਨਾ, ਤੇ ਐਸੇ ਅਜਮੇਰ ਚੰਦ ਨੂੰ ਫਿਰ ਅੱਗ ਲੱਗ ਗਈ। ਤੇ ਇਸ ਅਜਮੇਰ ਚੰਦ ਨੇ ਫਿਰ ਕੀ ਕੀਤਾ, ਫਿਰ ਵਜ਼ੀਰ ਖਾਂ ਵਰਗਿਆਂ ਨਾਲ, ਖਵਾਜਾ ਖਾਂ ਵਰਗਿਆਂ ਨਾਲ, ਸਾਰਿਆਂ ਦੇ ਨਾਲ, ਔਰੰਗਜ਼ੇਬ ਵਰਗਿਆਂ ਨਾਲ ਮੀਟਿੰਗ ਕੀਤੀ। ਮੀਟਿੰਗ ਕਰਨ ਤੋਂ ਬਾਅਦ ਪਹਾੜੀ ਰਾਜਿਆਂ ਨੂੰ ਨਾਲ ਲੈ ਕਰਕੇ ਤੇ ਇੱਧਰੋਂ ਵਜ਼ੀਰ ਖਾਨ ਦੀ ਫੌਜ ਨੂੰ ਨਾਲ ਲੈ ਕਰਕੇ ਪੂਰੇ ਸਹੀ 9 ਮਹੀਨਿਆਂ ਤੱਕ ਆਨੰਦਪੁਰ ਦੇ ਕਿਲੇ ਨੂੰ ਘੇਰੀ ਰੱਖਿਆ ਸੀਗਾ। ਫਿਰ ਦੁਬਾਰਾ ਫਿਰ ਝੂਠੀਆਂ ਕਸਮਾਂ ਖਾਧੀਆਂ ਗਈਆਂ, ਫਿਰ ਕੁਰਾਨ ਦੀ ਕਸਮ ਖਾਧੀ ਗਈ। ਸੱਚ ਜਾਣਿਓ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਨਾਲ ਇਸ ਤਰ੍ਹਾਂ ਦੇ ਨਾਲ ਤਰੀਕੇ ਦੇ ਨਾਲ ਗੁਰੂ ਸਵਾਰੋ ਜਦੋਂ ਬਚਨ ਕੀਤੇ, ਜਿਹੜੇ ਪਰਨ ਕੀਤੇ ਸੀ ਤੇ ਕੋਈ ਪਰਨਾਂ ਦੇ ਉੱਪਰ ਪੂਰਾ ਨਹੀਂ ਉਤਰਿਆ ਸੀ। ਸਤਿਗੁਰੂ ਜੀ ਕਦੇ ਭਰੋਸਾ ਨਹੀਂ ਕਰਦੇ ਸੀ। ਕਿਉਂ? ਕਿਉਂਕਿ ਪਤਾ ਸੀ ਇਸ ਗੱਲ ਦਾ ਵੀ ਇਹ ਵਾਅਦਿਆਂ ਤੋਂ ਮੁੱਕਰਨ ਵਾਲੀ ਕੌਮ ਹੈ ਤੇ ਕਦੇ ਇਹਨਾਂ ਦੇ ਉੱਪਰ ਭਰੋਸਾ ਕਰਿਆ ਨਹੀਂ ਜਾ ਸਕਦਾ। ਤੇ ਗੁਰੂ ਸਵਾਰਿਓ ਫਿਰ ਕੀ ਹੋਇਆ ਸੀ, ਆਪ ਜੀ ਸਾਰੇ ਇਤਿਹਾਸ ਤੋਂ ਜਾਣੂ ਹੋ। ਆਪ ਜੀ ਨੇ ਸਰਵਣ ਕੀਤਾ ਕਿ 1704 ਦੇ ਵਿੱਚ ਜਿਹੜਾ ਸੀਗਾ ਤੇ ਉਹ ਕਿਲੇ ਨੂੰ ਖਾਲੀ ਕੀਤਾ ਗਿਆ ਸੀਗਾ। ਦੂਜੀ ਵਾਰ ਫਿਰ ਗੁਰੂ ਸਾਹਿਬ ਨੇ ਕਿਲਾ ਖਾਲੀ ਕੀਤਾ ਸੀ, ਪਰ ਸਤਿਗੁਰੂ ਜੀ ਕਹਿੰਦੇ ਰਹੇ ਵੀ ਥੋੜੇ ਸਮੇਂ ਲਈ ਗੁਰਸਿੱਖਾਂ ਨੂੰ ਬੇਨਤੀ ਕੀਤੀ, ਗੁਰਸਿੱਖੋ ਥੋੜਾ ਜਿਹਾ ਸਮਾਂ ਤੁਸੀਂ ਹੋਰ ਸਹਾਰ ਲਓ ਤੇ ਇਹ ਥੋੜਾ ਸਮਾਂ ਹੈ ਕਿ ਆਪਾਂ ਜੰਗ ਜਿੱਤੀ ਪਈ ਹੈ ਆਪਣੀ।
ਆਪਾਂ ਬਾਜੀ ਆਪਣੇ ਹੱਥ ਦੇ ਵਿੱਚ ਹੈ। ਪਰ ਗੁਰਸਿੱਖਾਂ ਨੇ ਇਹ ਮਾਤਾ ਜੀ ਸਾਰੇ ਇਕੱਠੇ ਹੋ ਕਰਕੇ ਬੇਨਤੀ ਕੀਤੀ ਵੀ ਨਹੀਂ ਸਤਿਗੁਰੂ, ਹੁਣ ਬਹੁਤਾ ਸਮਾਂ ਭੁੱਖੇ ਤੇ ਨਹੀਂ ਰਹਿ ਜਾਣਾ। ਕਿਉਂਕਿ ਇਹਨਾਂ ਨੇ 9 ਮਹੀਨੇ ਹੋ ਗਏ ਨੇ ਤੇ ਕਿਲੇ ਨੂੰ ਘੇਰਾ ਪਾ ਰੱਖਿਆ ਹੈ ਤੇ ਨਾ ਰਾਸ਼ਨ ਅੰਦਰ ਜਾਂਦਾ ਹੈ ਤੇ ਨਾ ਅੰਦਰੋਂ ਬਾਹਰ ਆਉਂਦਾ ਹੈ, ਕਿਸੇ ਤਰ੍ਹਾਂ ਦਾ ਕੋਈ ਆਵਾਜਾਈ ਨਹੀਂ, ਤੇ ਕਿੰਨਾ ਕੁ ਸਮਾਂ ਆਪਾਂ ਭੁੱਖੇ ਰਹਾਂਗੇ। ਪਰ ਸਤਿਗੁਰੂ ਜੀ ਦੀ ਸਿੱਖਾਂ ਦੀ ਬੇਨਤੀ ਨੂੰ ਮੰਨਦੇ ਹੋਏ ਤੇ ਫਿਰ ਕਿਲਾ ਖਾਲੀ ਕੀਤਾ ਸੀ 21 ਦਸੰਬਰ 1704 ਦੇ ਵਿੱਚ। ਸੋ ਜਿਹੜਾ ਮੈਂ ਜ਼ਿਕਰ ਕਰਦਾ ਪਿਆ ਹਾਂ, ਜ਼ਿਕਰ ਇਸ ਕਰਕੇ ਸਾਂਝਾ ਕੀਤਾ ਗੁਰੂ ਸਾਹਿਬ ਕਿ ਹੁਣ ਭਰੋਸਾ ਦਿਵਾਉਂਦਾ ਪਿਆ। ਕੌਣ ਦਿਵਾ ਰਿਹਾ? ਬਹਾਦਰ ਸਾਹਿਬ ਭਰੋਸਾ ਦਿਵਾ ਰਹੇ ਵੀ ਸਤਿਗੁਰੂ ਮੈਂ ਪਰਨ ਕਰਦਾ ਵੀ ਅੱਜ ਤੋਂ ਬਾਅਦ ਕਦੇ ਵੀ ਅਸੀਂ ਗੁਰੂ ਘਰ ਦੇ ਨਾਲ ਮੱਥਾ ਨਹੀਂ ਲਾਂਗੇ, ਕਦੇ ਅਸੀਂ ਗੁਰੂ ਘਰ ਦੇ ਨਾਲ ਧੋਖਾਧੜੀ ਨਹੀਂ ਕਰਾਂਗੇ। ਪਰ ਸਤਿਗੁਰੂ ਜੀ ਤੁਸੀਂ ਕਿਰਪਾ ਕਰ ਦਿਓ ਕਿ ਆ ਜਿਹੜਾ ਬੰਦੇ ਨੂੰ ਤੁਸੀਂ ਥਾਪਣਾ ਦੇ ਕੇ ਭੇਜੇ ਨਾ ਤੇ ਇਹਨੇ ਤਰਸੱਲੀ ਮਚਾ ਦਿੱਤੀ ਹੈ, ਜਾ ਕਰਕੇ ਕਿਰਪਾ ਕਰੋ ਤੇ ਇਸ ਨੂੰ ਰੋਕ ਦਿਓ, ਮੈਂ ਤੁਹਾਡੇ ਨਾਲ ਪਰਨ ਕਰਦਾ ਪਿਆ। ਅੱਗੋਂ ਸਤਿਗੁਰੂ ਜੀ ਬੇਨਤੀ ਕਰਦੇ ਪਏ ਨੇ, ਕਹਿੰਦੇ ਬਹਾਦਰ ਸਾਹਿਬ ਜੇ ਕਦੇ ਪਰਨ ਕੀਤਾ ਤੇ ਪਰਨ ਤੋੜ ਫਿਰ ਤੈਨੂੰ ਨਿਭਾਉਣਾ ਪਏਗਾ। ਨਿਸ਼ਾਨੀ ਛੰਦ ਤਬ ਤੁਮ ਧੀਰਜ ਧਰ ਹਿਰਦੈ ਦਿਨ ਕੇਤਕ ਰਹਾਵੋ। ਕਹਿਣ ਲੱਗੇ ਤੂੰ ਧੀਰਜ ਧਰ, ਜੇ ਪਰਨ ਕਰ ਲਿਆ ਨਾ ਫਿਰ ਕਹਿੰਦੇ ਧੀਰਜ ਧਰ। ਤਬ ਤੁਮ ਧੀਰਜ ਧਰ ਹਿਰਦੈ, ਹਿਰਦੇ ਦਾ ਅਰਥ ਹੁੰਦਾ ਆਪਣੇ ਹਿਰਦੇ ਦੇ ਅੰਦਰ। ਕਹਿੰਦੇ ਕਦੇ ਆਪਣੇ ਹਿਰਦੇ ਦੇ ਅੰਦਰ ਧੀਰਜ ਨੂੰ ਧਰ ਕੇ ਵੇਖ ਲੈ, ਦਿਨ ਕੇਤਕ ਕਦੇ ਥੋੜੇ ਦਿਨ ਬਸ ਹੋਰ ਟਕਾ ਰੱਖ, ਇਹ ਸਾਰਾ ਕੁਝ ਠੀਕ ਹੋ ਜਾਵੇਗਾ। ਜੋ ਕਰ ਹੈ ਸੋ ਸਭ ਸਹੋ ਨਹਿਰਾਰ ਵਡਾਵੋ। ਕਹਿਣ ਲੱਗੇ ਜੋ ਕਰ ਸੋ ਸਭ ਸਹੋ ਨਹਿਰਾਰ ਵਟਾਵੋ। ਜੋ ਕਹਿੰਦੇ ਹੋ ਰਿਹਾ ਨਾ ਤੇ ਉਹ ਠੀਕ ਹੋ ਰਿਹਾ। ਇਹ ਗੱਲ ਯਾਦ ਰੱਖੋ ਗੁਰੂ ਸਵਾਰਿਓ। ਸਤਿਗੁਰੂ ਜੀ ਨੇ ਸਾਨੂੰ ਹਮੇਸ਼ਾ ਹੀ ਨਾ ਗੁਰੂ ਦੇ ਭਾਣੇ ਦੇ ਵਿੱਚ ਚੱਲਣ ਦਾ ਯਤਨ ਸਿਖਾਇਆ ਹੈ। ਕਦੇ ਕਹਿੰਦੇ ਉਸ ਨੂੰ ਲਾਂਭਾ ਨਹੀਂ ਦੇਣਾ ਚਾਹੀਦਾ, ਕਦੇ ਵੀ ਗੁਰੂ ਨੂੰ ਲਾਂਭਾ ਨਾ ਦਿਓ ਕਿ ਸਤਿਗੁਰੂ ਜੋ ਤੁਸੀਂ ਕਰ ਰਹੇ ਹੋ ਤੇ ਉਹ ਠੀਕ ਨਹੀਂ ਕਰਦੇ ਪਏ। ਸੱਚ ਜਾਣੋ ਜੋ ਕੁਝ ਹੁੰਦਾ ਪਿਆ ਤੇ ਉਹ ਠੀਕ ਹੋ ਰਿਹਾ। ਅਸੀਂ ਰੋਜ਼ ਗੁਰੂ ਸਾਹਿਬ ਦੀ ਬਾਣੀ ਦੇ ਵਿੱਚੋਂ ਹੀ ਪੜ੍ਹਦੇ ਹਾਂ, ਗੁਰੂ ਸਾਹਿਬ ਦੀ ਬਾਣੀ ਦੇ ਵਿੱਚੋਂ ਅਸੀਂ ਸਿੱਖਦੇ ਹਾਂ। ਮੇਰੇ ਸਤਿਗੁਰੂ ਜੀ ਸਾਨੂੰ ਰੋਜ਼ ਸਮਝਾਉਂਦੇ ਨੇ, ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ। ਹੈ ਮੇਰੇ ਮਾਲਕ ਜੋ ਤੂੰ ਕਰ ਰਹੇ ਆ ਚੰਗਾ ਕਰ ਰਹੇ ਆ, ਜੋ ਕੁਝ ਹੋ ਰਿਹਾ ਠੀਕ ਹੋ ਰਿਹਾ, ਗਲਤ ਕੁਝ ਨਹੀਂ ਹੁੰਦਾ ਪਿਆ। ਤੁਮ ਕਰੋ ਭਲਾ ਹਮ ਭਲੋ ਨਾ ਜਾਣੋ। ਤੁਸੀਂ ਤਾਂ ਭਲਾ ਕਰਦੇ ਹੋ ਪਰ ਅਸੀਂ ਵਿਚਾਰੇ ਨਹੀਂ ਜਾਣਦੇ ਵੀ ਤੁਸੀਂ ਭਲਾ ਕਰ ਰਹੇ ਹੋ ਜਾਂ ਗਲਤ ਕਰ ਰਹੇ ਹੋ। ਅਸੀਂ ਤਾਂ ਕਲਯੁੱਗ ਦੇ ਬੰਦੇ ਹਾਂ, ਸਾਨੂੰ ਤਾਂ ਸਮਝ ਹੀ ਕੋਈ ਨਹੀਂ ਮਾਲਕ ਮੇਰੇ। ਹੈ ਮੇਰੇ ਸਤਿਗੁਰੂ ਸਾਨੂੰ ਨਹੀਂ ਪਤਾ ਕਿ ਤੁਸੀਂ ਜੋ ਕਰ ਰਹੇ ਹੋ ਠੀਕ ਕਰ ਰਹੇ ਹੋ ਜਾਂ ਗਲਤ ਕਰ ਰਹੇ ਹੋ, ਸਾਡੀ ਇੰਨੀ ਬੁੱਧੀ ਨਹੀਂ ਹੈ। ਪਰ ਇੰਨਾ ਜ਼ਰੂਰ ਅਸੀਂ ਆਪ ਜੀ ਦੇ ਦੁਆਰੇ ਤੇ ਜਦੋਂ ਆ ਜਾਂਦੇ ਆ ਨਾ ਤੇ ਵਿਵੇਕ ਬੁੱਧੀ ਦੀ ਬਖਸ਼ਿਸ਼ ਤੁਸੀਂ ਕਰਨੀ। ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ। ਮੇਰੇ ਗੁਰੂ ਨੇ ਸਾਨੂੰ ਬੁੱਧ ਵਿਵੇਕੀ ਦੀ ਬਖਸ਼ਿਸ਼ ਕਰਨੀ ਹੈ ਗੁਰੂ ਸਵਾਰਿਓ। ਤੇ ਇਹ ਗੁਰੂ ਵਿਵੇਕ ਬੁੱਧੀ ਦੇ ਨਾਲ ਸਾਨੂੰ ਨਵਾਜਦਾ ਹੈ, ਸਾਨੂੰ ਆਹ ਚੀਜ਼ਾਂ ਸਮਝਾ ਦਿੰਦਾ। ਭਲਿਓ ਕਦੇ ਗੁਰੂ ਤੇ ਸਿਕਵਾ ਨਹੀਂ ਕਰਨਾ ਚਾਹੀਦਾ। ਇਹੀ ਗੱਲ ਹੁਣ ਕਲਗੀਧਰ ਦਸਵੇਂ ਪਿਤਾ ਜੀ ਮੇਰੇ ਸਤਿਗੁਰੂ ਜੀ ਬਹਾਦਰ ਸਾਹਿਬ ਨੂੰ ਸਮਝਾਉਂਦੇ ਪਏ ਨੇ। ਕਹਿੰਦੇ ਧੀਰਜ ਰੱਖ, ਥੋੜੇ ਦਿਨ ਸਭ ਕੁਝ ਠੀਕ ਹੋਇਆ, ਜੋ ਕੁਝ ਹੋ ਰਿਹਾ ਸਭ ਕੁਝ ਠੀਕ ਹੁੰਦਾ ਪਿਆ ਹੈ। ਅਬ ਬੰਦਾ ਦਿਨ ਕੇਤਕ ਮੈਂ ਹਵੈ ਹੈ ਹੰਕਾਰੀ। ਕਵੀ ਜੀ ਇੱਥੇ ਦੱਸਦੇ ਪਏ ਨੇ, ਕਹਿਣ ਲੱਗੇ ਵੀ ਜਦੋਂ ਕਿਸੇ ਦੇ ਕੋਲ ਵੀ ਅਜਮਤਾਂ ਦੀਆਂ ਗੱਲਾਂ ਆ ਜਾਣ, ਕਿਸੇ ਕੋਲ ਰਦੀਆਂ ਸਿੱਧੀਆਂ ਆ ਜਾਣ, ਇੱਕ ਸਹਿਜ ਸੁਭਾਅ ਗੁਰੂ ਸਵਾਰੋ ਤੇ ਬੰਦਾ ਹੰਕਾਰੀ ਹੋ ਜਾਂਦਾ ਹੈ। ਇੱਥੇ ਮੈਂ ਜ਼ਿਕਰ ਕਰਦੇ ਹਾਂ, ਥੋੜਾ ਜਿਹਾ ਰੁਕ ਕੇ ਵਿਚਾਰ ਕਰਦੇ ਹਾਂ। ਜਦੋਂ ਕਿਸੇ ਵੀ ਵਿਅਕਤੀ ਦੇ ਕੋਲ ਕਿਸੇ ਚੀਜ਼ ਦੀ ਵਸਤੂ ਦੀ ਪ੍ਰਾਪਤੀ ਹੋ ਜਾਏ, ਬੇਸ਼ੱਕ ਦੀ ਉਹ ਗਿਆਨ ਦੀ ਹੈ, ਬੇਸ਼ੱਕ ਦੀ ਉਹ ਧਨ ਦੌਲਤ ਦੀ ਹੈ, ਬੇਸ਼ੱਕ ਦੀ ਉਹ ਕਾਰੋਬਾਰ ਹੀਰੇ ਜਵਾਹਰ ਮੋਤੀ ਨੇ, ਜਦੋਂ ਵੀ ਕਿਸੇ ਚੀਜ਼ਾਂ ਦੀ ਮਨੁੱਖ ਦੇ ਕੋਲ ਪ੍ਰਾਪਤੀ ਹੋ ਜਾਂਦੀ ਹੈ ਨਾ ਤੇ ਸਹਿਜ ਸੁਭਾਅ ਤੇ ਬੰਦਾ ਹੰਕਾਰ ਦੇ ਵਿੱਚ ਆ ਜਾਂਦਾ ਹੈ ਤੇ ਬੰਦਾ ਸੋਚਦਾ ਵੀ ਮੇਰੇ ਵਰਗਾ ਕੋਈ ਨਹੀਂ ਹੈ। ਇਹ ਗੱਲ ਯਾਦ ਰੱਖੋ, ਇਹਦਾ ਇੱਕ ਕਾਰਨ ਹੈ। ਇਹ ਹੁੰਦਾ ਕਿਉਂ? ਸਤਿਗੁਰੂ ਜੀ ਕਹਿਣ ਲੱਗੇ ਅੱਜ ਦੇ ਸਮੇਂ ਦੀ ਜੇ ਆਪਾਂ ਗੱਲ ਕਰੀਏ, ਅੱਜ ਦੇ ਸਮੇਂ ਦੀ, ਤੇ ਗੁਰੂ ਸਰੋ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਬੰਦਾ ਜਿਹੜਾ ਉਹ ਗ੍ਰੈਜੂਏਸ਼ਨ ਹੈ, ਹਰ ਇੱਕ ਬੰਦਾ ਪੜ੍ਹਿਆ ਲਿਖਿਆ ਹੈ। ਜਿਹਨੂੰ ਤੁਸੀਂ ਮਰਜ਼ੀ ਚੁੱਕ ਕੇ ਵੇਖ ਲਓ, ਹਰ ਇੱਕ ਬੰਦਾ MA PhD MPhil ਤੱਕ ਕਰੀ ਫਿਰਦਾ ਹੈ। ਪਰ ਮਾਫ ਕਰੋ, ਨਿਮਰਤਾ ਨਹੀਂ ਹੈ, ਸਹਿਨਸ਼ੀਲਤਾ ਨਹੀਂ ਹੈ। ਉਹਦੇ ਕੋਲ ਇਹ ਸਾਰਾ ਕੁਝ ਨਹੀਂ। ਡਿਗਰੀਆਂ ਹੈ ਨੇ, ਡਿਗਰੀਆਂ ਪ੍ਰਾਪਤ ਕਰ ਲਈਆਂ, ਪਰ ਗੁਰੂ ਸਾਹਿਬ ਜੀ ਬਾਣੀ 'ਚ ਪਤਾ ਕੀ ਸਮਝਾਉਂਦੇ ਨੇ? ਸਤਿਗੁਰੂ ਜੀ ਕਹਿੰਦੇ ਪੈਨੇ ਪੜਿਆ ਮੂਰਖ ਆਖੀਐ। ਨੋਟ ਕਰਿਓ, ਪੜਿਆ ਮੂਰਖ ਆਖੀਐ। ਹੁਣ ਇੱਥੇ ਮੂਰਖ ਕਿਉਂ ਕਹਿ ਦਿੱਤਾ ਮੇਰੇ ਮਾਲਕ ਨੇ? ਹੁਣ ਅਸੀਂ ਸੋਚਾਂਗੇ ਕੀ ਪੜਿਆ ਹੋਇਆ ਬੰਦਾ ਮੂਰਖ ਹੋ ਸਕਦਾ?
ਜਿਹੜਾ ਬੰਦਾ ਪੜ੍ਹ ਲਿਖ ਗਿਆ, ਜਿਹਨੇ ਇੰਨੀ ਡਿਗਰੀਆਂ ਪ੍ਰਾਪਤ ਕਰ ਲਈਆਂ, ਜਿਸ ਬੰਦੇ ਦੇ ਕੋਲ ਇੰਨੀ ਨੌਲੇਜ ਹੈ, ਤੇ ਗੁਰੂ ਸਾਹਿਬ ਜੀ ਉਹਨੂੰ ਮੂਰਖ ਕਹਿੰਦੇ ਪਏ? ਨਹੀਂ, ਪੜ੍ਹੇ ਹੋਏ ਨੂੰ ਮੂਰਖ ਨਹੀਂ ਕਹਿੰਦੇ ਪਏ, ਉਹ ਮੂਰਖ ਕਹਿੰਦੇ ਪਏ ਨੇ ਅਗਲੀ ਪੰਕਤੀ ਨੂੰ ਪੜ੍ਹ ਦਈਏ। ਅਗਲੀ ਪੰਕਤੀ ਇਸ ਨੂੰ ਸਪਸ਼ਟ ਕਰਦੀ ਪਈ ਹੈ। ਸਤਿਗੁਰੂ ਜੀ ਕਹਿੰਦੇ ਪੜ੍ਹਿਆ ਮੂਰਖ ਆਖੀਐ, ਜਿਤ ਲਵ ਲੋ ਮੋਹ ਹੰਕਾਰਾ, ਜਿਹਦੇ ਅੰਦਰ ਆਹ ਚੀਜ਼ਾਂ ਪੈਦਾ ਨੇ। ਜੇ ਪੜ੍ਹੇ ਹੋਏ ਬੰਦੇ ਦੇ ਅੰਦਰ ਲਾਲਚ ਹੈ, ਜੇ ਪੜ੍ਹੇ ਹੋਏ ਬੰਦੇ ਦੇ ਅੰਦਰ ਹੰਕਾਰ ਹੈ, ਜੇ ਪੜ੍ਹੇ ਹੋਏ ਬੰਦੇ ਦੇ ਵਿੱਚ ਹਉਮੈ ਹੈ, ਤੇ ਸੱਚ ਜਾਣਿਓ ਕਹਿੰਦੇ ਫਿਰ ਉਹ ਮੂਰਖ ਦੀ ਨਿਆਈ ਹੈ, ਉਹ ਮੂਰਖ ਦੀ ਨਿਆਈ ਹੈ। ਮੈਂ ਜ਼ਿਕਰ ਕਰ ਰਿਹਾ ਕਰਦਾ ਇਸ ਕਰਕੇ ਪਿਆ ਹਾਂ ਕਿ ਅੱਜ ਬਦਵਾਨੀ ਦੇ ਪੱਖ ਬੜੇ ਵੱਧਦੇ ਜਾਂਦੇ ਆ ਗੁਰੂ ਸਵਾਰਿਓ। ਅੱਜ ਜਿੰਨੇ ਕੁ ਬਦਵਾਨੀ ਵੱਧ ਗਈ ਨਾ, ਤੇ ਉਹਨੇ ਕੁ ਸਾਡੇ ਤਰਕ ਵੀ ਵੱਧ ਗਏ ਨੇ। ਮਾਫ ਕਰੋ, ਤਰਕ ਵੀ ਵੱਧ ਗਏ। ਅੱਜ ਸਾਡੇ ਅੰਦਰ ਉਹ ਭਾਵਨਾ ਨਹੀਂ ਰਹੀ ਜਿਹੜੀ ਭਾਵਨਾ ਗੁਰੂ ਸਾਹਿਬ ਦੇ ਵੇਲੇ ਸਿੱਖਾਂ ਦੇ ਵਿੱਚ ਤੇ ਗੁਰੂ ਦੀ ਭਾਵਨਾ ਹੁੰਦੀ ਸੀ। ਅੱਜ ਅਸੀਂ ਸਿੱਖ ਜ਼ਰੂਰ ਹਾਂ, ਪਰ ਮਾਫ ਕਰੋ, ਗੁਰੂ ਦੇ ਨਾਲ ਸਾਡੀ ਭਾਵਨਾ ਨਹੀਂ ਜੁੜੀ ਹੋਈ। ਗੁਰੂ ਦੇ ਕੋਲ ਰਹਿ ਕਰਕੇ ਵੀ ਅਸੀਂ ਤਰਕਬਾਜ਼ੀ ਹੋ ਗਏ। ਗੁਰੂ ਕੋਲ ਰਹਿ ਕਰਕੇ ਵੀ ਅਸੀਂ ਇਕੱਲੀ ਇਕੱਲੀ ਚੀਜ਼ ਦੇ ਉੱਪਰ ਤਰਕ ਕਰਦੇ ਪਏ ਹਾਂ। ਹਰ ਇੱਕ ਚੀਜ਼ ਨੂੰ ਕਿਸੇ ਨੂੰ ਵੀ ਤਰਕ ਦੇ ਆਧਾਰ ਤੇ ਨਹੀਂ ਵੇਖਿਆ ਜਾ ਸਕਦਾ। ਇੱਕ ਘਟਨਾ ਮੈਂ ਇਤਿਹਾਸ ਦੇ ਵਿੱਚੋਂ ਸਾਂਝੀ ਕਰਦੇ ਹਾਂ। ਜੇ ਅੱਜ ਦੇ ਸਮੇਂ ਦੀ ਆਪਾਂ ਗੱਲ ਕਰੀਏ ਤਾਂ ਗੁਰੂ ਸਵਾਰਿਓ, ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਬੰਦਾ ਪਰਖ ਦੀ ਘੜੀ 'ਚ ਵੇਖਦਾ ਵੀ ਆਹ ਚੀਜ਼ ਹੋਵੇਗੀ ਜਾਂ ਨਹੀਂ ਹੋਵੇਗੀ, ਆਹ ਚੀਜ਼ ਕਰਨੀ ਆ ਜਾਂ ਨਹੀਂ ਕਰਨੀ। ਤੇ ਗੱਲ ਯਾਦ ਰੱਖੋ, ਜੇ ਧੰਨ ਸੱਚੇ ਗੁਰੂ ਅੰਗਦ ਦੇਵ ਜੀ ਕੋਲ ਬਾਬਾ ਅਮਰਦਾਸ ਜੀ ਆਉਂਦੇ ਪਏ ਨੇ, ਹੁਣ ਸੋਚ ਕੇ ਵੇਖਣਾ ਹੈ 65 ਸਾਲ ਦੀ ਉਮਰ ਹੈ, 65 ਸਾਲ ਦੀ ਉਮਰ ਹੈ। 65 ਸਾਲ ਦੀ ਉਮਰ ਦੇ ਵਿੱਚ ਹੀ ਗੁਰੂ ਅੰਗਦ ਦੇਵ ਜੀ ਕੋਲ ਆ ਕਰਕੇ ਸੇਵਾ ਦੇ ਵਿੱਚ ਜੁਟ ਜਾਂਦੇ ਆ, ਸਿਮਰਨ ਦੇ ਵਿੱਚ ਲੱਗ ਜਾਂਦੇ ਆ, ਬਾਣੀ ਪੜ੍ਹਨ ਲੱਗਦੇ ਨੇ। ਤੇ ਜੇ ਉਸ ਸਮੇਂ ਦੀ ਆਪਾਂ ਗੱਲ ਕਰੀਏ, ਮੈਂ ਜ਼ਿਕਰ ਤਾਂ ਸਾਂਝਾ ਕਰਦਾ ਪਿਆ, ਸ਼ਾਇਦ ਤੁਹਾਡੇ ਧਿਆਨ ਦੇ ਵਿੱਚ ਹੋਵੇ ਕਿ ਖਡੂਰ ਸਾਹਿਬ ਦੀ ਧਰਤੀ ਦੇ ਉੱਪਰ, ਖਡੂਰ ਸਾਹਿਬ ਦੀ ਧਰਤੀ ਦੇ ਉੱਪਰ ਧੰਨ ਸੱਚੇ ਗੁਰੂ ਅੰਗਦ ਦੇਵ ਜੀ ਦਾ ਵਾਸਾ ਹੈ। ਸਤਿਗੁਰੂ ਜੀ ਉੱਥੇ ਰਹਿੰਦੇ ਪਏ ਨੇ, ਤੇ ਉੱਥੇ ਹੀ ਸੇਵਾ ਜਿਹੜੀ ਹੈ ਬਾਬਾ ਅਮਰਦਾਸ ਜੀ ਕਰਦੇ। ਥੋੜਾ ਜਿਹਾ ਧਿਆਨ ਦੇਣਾ, ਬਾਬਾ ਅਮਰਦਾਸ ਜੀ ਸੇਵਾ ਕਰਦੇ ਨਾ, ਗਾਗਰ ਚੁੱਕ ਕੇ ਪਾਣੀ ਭਰ ਕੇ ਲਿਆਉਂਦੇ ਨੇ ਵਿਆਸ ਦੇ ਵਿੱਚੋਂ। ਸੁਣਿਓ ਜੀ, ਪਾਣੀ ਭਰ ਕੇ ਲਿਆਉਂਦੇ ਪਏ ਨੇ ਵਿਆਸ ਦੇ ਵਿੱਚੋਂ। ਹੁਣ ਪਾਣੀ ਗਾਗਰ ਚੁੱਕੀ ਹੈ, ਤੇ ਗਾਗਰ ਚੁੱਕ ਕੇ ਪਾਣੀ ਵਿਆਸ ਦੇ ਵਿੱਚੋਂ ਭਰ ਕੇ ਲੈ ਕੇ ਆਉਂਦੇ ਨੇ। ਤੇ ਜੇ ਅੱਜ ਦੇ ਹਿਸਾਬ ਦੇ ਨਾਲ ਵੇਖਣਾ ਹੋਵੇ, ਜੇ ਅਸੀਂ ਇਸ ਗੱਲ ਨੂੰ ਬੜੇ ਨਿਚੋੜ ਦੇ ਨਾਲ ਵੇਖਣ ਦਾ ਯਤਨ ਕਰੀਏ, ਤੇ ਅੱਜ ਦੇ ਤਰਕਵਾਜੀ ਲੋਕ ਕਹਿਣਗੇ ਵੀ ਭਾਈ ਖਡੂਰ ਸਾਹਿਬ ਦੀ ਧਰਤੀ ਤੇ ਖੂਹ ਵੀ ਹੈ, ਤੇ ਖੂਹ ਤੋਂ ਪਾਣੀ ਕਿਉਂ ਨਹੀਂ ਭਰਿਆ, ਵਿਆਸ ਤੋਂ ਪਾਣੀ ਲੈਣ ਵਾਸਤੇ ਕਿਉਂ ਗਏ? ਸੁਣਿਓ ਜੀ, ਜੇ ਅੱਜ ਦੀ ਅਸੀਂ ਇਸ ਪੱਖ ਨੂੰ ਅਸੀਂ ਵੇਖਾਂਗੇ, ਇਤਿਹਾਸ ਇਸ ਗੱਲ ਦਾ ਗਵਾਹ ਹੈ ਵੀ ਖਡੂਰ ਸਾਹਿਬ ਦੀ ਧਰਤੀ ਤੇ ਜਦੋਂ ਗੁਰੂ ਅੰਗਦ ਦੇਵ ਜੀ ਹਜੇ ਗੁਰੂ ਨਹੀਂ ਬਣੇ, ਇਸੇ ਧਰਤੀ ਦੇ ਖੂਹ ਉਦੋਂ ਤੋਂ ਪਹਿਲਾਂ ਦਾ ਹੈ। ਗੁਰੂ ਅੰਗਦ ਦੇਵ ਜੀ ਬਣ ਤੋਂ ਪਹਿਲਾਂ ਦਾ ਖੂਹ ਹੈ ਖਡੂਰ ਸਾਹਿਬ ਦੀ ਧਰਤੀ ਤੇ। ਤੁਹਾਡੇ ਯਾਦ ਹੋਵੇ ਕਿ ਜਦੋਂ ਭਾਈ ਯੋਧ ਜੀ ਖੂਹ ਤੋਂ ਪਾਣੀ ਭਰਦੇ ਪਏ ਨੇ, ਇਸੇ ਖਡੂਰ ਸਾਹਿਬ ਦੀ ਧਰਤੀ ਤੇ ਪਾਣੀ ਭਰਦੇ ਨੇ ਉਹ, ਕਿ ਜਦੋਂ ਭਾਈ ਲਹਿਣਾ ਜੀ ਨੇ ਆਸਾ ਕੀ ਬਾਰ ਬਾਣੀ ਭਾਈ ਯੋਧ ਜੀ ਤੋਂ ਸੁਣੀ, ਜਿੱਥੇ ਜੀਵਨ ਬਦਲਦਾ ਪਿਆ ਸੀਗਾ। ਭਾਈ ਲਹਿਣਾ ਜੀ ਨੇ ਬਾਣੀ ਸੁਣੀ, ਤੇ ਬਾਣੀ ਪੜ੍ਹੀ ਕਿਨੇ? ਭਾਈ ਯੋਧ ਜੀ ਪੜ੍ਹਦੇ ਪਏ ਨੇ, ਤੇ ਬੇਨਤੀ ਕੀਤੀ, ਭਲਿਆ ਤੂੰ ਬਾਣੀ ਕਿਹਦੀ ਪੜ੍ਹਦਾ ਪਿਆ? ਬਾਣੀ ਨੂੰ ਸੁਣ ਕੇ ਬੜਾ ਆਨੰਦ ਆਇਆ। ਉਹ ਕਹਿਣ ਲੱਗੇ ਮੈਂ ਬਾਬੇ ਨਾਨਕ ਦੀ ਬਾਣੀ ਪੜ੍ਹਦਾ ਪਿਆ, ਤੇ ਬੇਨਤੀ ਕਰਦਾ ਪਿਆ, ਭਲਿਆ ਜੇ ਤੂੰ ਮੈਨੂੰ ਬਾਬੇ ਨਾਨਕ ਦੇ ਦਰਸ਼ਨ ਕਰਵਾ ਦੇਵੇਂ, ਬਾਬੇ ਨਾਨਕ ਨਾਲ ਮੈਨੂੰ ਮਿਲਾ ਦੇ, ਤੇ ਮੇਰਾ ਜੀਵਨ ਸਵਰ ਜਾਏਗਾ। ਤੇ ਫਿਰ 10 ਪਦ ਦਿੱਤੇ ਸੀ, ਜਾ ਜੇ ਤੂੰ ਬਾਬੇ ਨਾਨਕ ਨੂੰ ਮਿਲਣਾ ਹੈ, ਤੇ ਮੇਰਾ ਬਾਬਾ ਨਾਨਕ ਕਰਤਾਰਪੁਰ ਦੀ ਧਰਤੀ ਤੇ ਰਹਿੰਦਾ ਪਿਆ, ਤੇ ਜਾ ਕੇ ਦਰਸ਼ਨ ਕਰ ਲੈ। ਫਿਰ ਭਾਈ ਲਹਿਣਾ ਜੀ ਗਏ। ਮੈਂ ਜਿਹੜੀ ਅਸਲ ਗੱਲ ਕਰਦਾ ਪਿਆ, ਕਹਿਣ ਤੋਂ ਮੁਰਾਦ ਹੈ ਵੀ ਹਰ ਇੱਕ ਚੀਜ਼ ਨੂੰ ਅਸੀਂ ਤਰਕ ਦੇ ਆਧਾਰ ਤੇ ਵੇਖਦੇ ਹਾਂ, ਪਰ ਸਰਦਾ ਦੇ ਆਧਾਰ ਤੇ ਨਹੀਂ ਵੇਖਿਆ ਕਦੇ। ਇਹ ਬਾਬਾ ਅਮਰਦਾਸ ਦੀ ਸਰਦਾ ਸੀ। ਹੁਣ ਸੋਚ ਕੇ ਵੇਖਣਾ, 65 ਸਾਲ ਦੀ ਉਮਰ ਦੇ ਵਿੱਚ ਗਾਗਰ ਚੁੱਕਣੀ ਕੋਈ ਸੌਖਾ ਗੱਲ ਨਹੀਂ ਹੈ। ਗਾਗਰ ਚੁੱਕ ਕੇ ਪਾਣੀ ਵਿਆਸ ਦਰਿਆ ਤੋਂ ਭਰ ਕੇ ਲੈ ਕੇ ਆਉਂਦੇ ਨੇ, ਪਰ ਫਿਰ ਵੀ ਪਾਣੀ ਹਜੇ ਖਡੂਰ ਸਾਹਿਬ ਦੀ ਧਰਤੀ ਤੇ ਮੌਜੂਦ ਹੈ। ਉਹ ਪਾਣੀ ਨਹੀਂ ਭਾਵਨਾ ਬਣਾ ਲਈਏ ਮੈਂ ਸਵੇਰੇ ਜਾ ਕੇ ਤੇ ਮੈਂ ਪਹਿਲਾਂ ਗੁਰੂ ਸਾਹਿਬ ਦੇ ਉੱਠਣ ਤੋਂ ਪਹਿਲਾਂ ਪਾਣੀ ਲੈ ਕੇ ਆਉਣਾ ਤੇ ਗੁਰੂ ਦਾ ਇਸ਼ਨਾਨ ਕਰਾਉਣਾ ਹੈ। ਗੁਰੂ ਸਾਰੋ, ਜੇ ਅੰਦਰ ਭਾਵਨਾ ਸਾਡੇ ਨਾ ਪੈਦਾ ਹੋਵੇ ਨਾ, ਸਾਡੇ ਅੰਦਰ ਜੇ ਸ਼ਰਧਾ ਨਾ ਪੈਦਾ ਹੋਵੇ, ਤਾਂ ਅਸੀਂ ਗੁਰੂ ਤੋਂ ਮੁਨਕਰ ਹੋ ਜਾਂਦੇ ਹਾਂ, ਗੁਰੂ ਤੋਂ ਦੂਰ ਹੋ ਜਾਂਦੇ ਹਾਂ। ਹਾਂ, ਇਹ ਜ਼ਰੂਰ ਹੈ, ਗੁਰੂ ਨੇ ਸਾਡੇ ਅੰਦਰ ਪਹਿਲਾਂ ਭਾਵਨਾ ਪੈਦਾ ਕੀਤੀ। ਗੁਰੂ ਕਹਿੰਦੇ ਕੱਲੀ ਭਾਵਨਾ ਨਹੀਂ, ਤੇ ਇਹਦੇ ਨਾਲ ਕਹਿੰਦੇ ਗਿਆਨ ਵੀ ਇਕੱਠਾ ਕਰਨਾ ਹੈ, ਗਿਆਨ ਵੀ ਲੈਣਾ ਹੈ। ਗੁਰੂ ਨੇ ਸਾਨੂੰ ਗਿਆਨ ਦਿੱਤਾ, ਪਹਿਲਾਂ ਭਾਵਨਾ ਫਿਰ ਗਿਆਨ ਦਿੱਤਾ। ਇੱਕ ਸ਼ਬਦ ਆਉਂਦਾ ਹੈ ਗੁਰਬਾਣੀ, ਸ਼ਬਦ ਦੇ ਵਿੱਚੋਂ ਅਸੀਂ ਸਭ ਤੋਂ ਪਹਿਲਾਂ ਪੜ੍ਹਦੇ ਹਾਂ ਬਾਣੀ, ਗੁਰੂ, ਗੁਰੂ ਹੈ ਬਾਣੀ। ਸ਼ਬਦ ਕੀ ਹੈ ਬਾਣੀ?
ਬਾਣੀ ਦਾ ਅਰਥ ਹੈ ਬੋਲ। ਬੋਲਾਂ ਦੇ ਅਗਲੇ ਅਰਥ ਹੁੰਦੇ ਨੇ ਨਿਰੰਕਾਰ ਦੇ ਬੋਲ। ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ। ਮੇਰੇ ਮਾਲਕ ਨੇ ਪਹਿਲ ਦੇ ਆਧਾਰ ਤੇ ਸਾਡੇ ਅੰਦਰ ਸਰਦਾ ਪੈਦਾ ਕਰ ਦਿੱਤੀ। ਕਹਿੰਦੇ ਆ ਕੇ ਨਮਸਕਾਰ ਕਰੀਏ, ਇਹ ਨਿਰੰਕਾਰ ਬੈਠਾ ਹੋਇਆ ਹੈ। ਇਹ ਸਾਹਮਣੇ ਜਿਹਨੂੰ ਨਮਸਕਾਰ ਕਰ ਰਹੇ ਆ ਨਾ, ਤੇ ਇਹ ਸਾਹਮਣੇ ਤੇਰੇ ਪਰਮੇਸ਼ਰ ਆਪ ਖੁਦ ਪਰਮੇਸ਼ਰ ਹੈ। ਪੋਥੀ ਪਰਮੇਸ਼ਰ ਕਾ ਥਾਨ, ਆਸ ਮੇਰੇ ਖੁਦ ਪਰਮੇਸ਼ਰ ਨੇ ਸਾਡੇ ਅੰਦਰ ਸਰਦਾ ਪੈਦਾ ਕਰਤੀ। ਤੇ ਨਾਲ ਕਹਿ ਦਿੱਤਾ ਕਦੇ ਇਹ ਨਾ ਹੋਵੇ ਕਿ ਦੋਨੇ ਚੀਜ਼ਾਂ ਕਰਦਾ ਰਹੇ, ਸਲਾਮ ਜਵਾਬ ਦੋਏ ਕਰੇ। ਆ ਦੋਨੇ ਚੀਜ਼ਾਂ ਨਾ ਕਰੀ, ਵਿਖੀ ਕਦੇ ਆ ਕਰ ਲਵੇ। ਜੇ ਗੁਰੂ ਨੂੰ ਸਲਾਮ ਕੀਤਾ ਹੈ, ਫਿਰ ਮੇਰੇ ਗੁਰੂ ਅਮਰਦਾਸ ਜੀ ਨੇ ਹੀ ਬਚਨ ਕਰ ਦਿੱਤੇ। ਸਤਿਗੁਰੂ ਜੀ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੈ ਪਾਈਐ। ਫਿਰ ਕਹਿੰਦੇ ਗੁਰੂ ਦਾ ਹੁਕਮ ਮੰਨ ਲਈ। ਤੇ ਗੁਰੂ ਸਵਾਰੋ ਗੁਰੂ ਦਾ ਹੁਕਮ ਆਪਾਂ ਪਹਿਲੇ ਜ਼ਿਕਰ ਕੀਤਾ ਕਿ ਸ਼ਬਦ ਬਾਣੀ ਆਈ, ਬਾਣੀ ਦੇ ਨਾਲ ਮੇਰੇ ਗੁਰੂ ਨੇ ਸ਼ਬਦ ਲਾ ਦਿੱਤਾ ਗੁਰੂ। ਗੁਰੂ ਦਾ ਅਰਥ ਹੁੰਦਾ ਗੋ ਪਲਸ ਰੂ। ਗੋ ਦਾ ਅਰਥ ਹੁੰਦਾ ਹਨੇਰਾ, ਰੂ ਦਾ ਅਰਥ ਹੁੰਦਾ ਪ੍ਰਕਾਸ਼, ਭਾਵ ਕਿ ਗਿਆਨ। ਸਰਦਾ ਪੈਦਾ ਕਰਨੀ ਹੈ, ਸਰਦਾ ਦੇ ਨਾਲ ਫਿਰ ਅਗਲਾ ਗਿਆਨ ਪੈਦਾ ਕਰਨਾ ਹੈ। ਦੋਨੇ ਚੀਜ਼ਾਂ ਨੂੰ ਸਾਨੂੰ ਨਾਲ ਰੱਖ ਕੇ ਚੱਲਣਾ ਪਏਗਾ। ਜੇ ਤੁਸੀਂ ਕਹੋ ਵੀ ਇਕੱਲਾ ਗਿਆਨ ਇਕੱਠਾ ਕਰ ਲਓ ਜੀ, ਸਰਦਾ ਦੀ ਸਾਨੂੰ ਲੋੜ ਨਹੀਂ ਹੈ, ਫਿਰ ਵੀ ਜੀਵਨ ਨਹੀਂ ਬਣੇਗਾ। ਜੇ ਕੱਲੀ ਸਰਦਾ ਪੈਦਾ ਹੋ ਗਈ, ਗਿਆਨ ਨਾ ਇਕੱਠਾ ਕੀਤਾ, ਤੇ ਫਿਰ ਵੀ ਸਾਡਾ ਪਾਰੋਂ ਤਾਰਾ ਨਹੀਂ ਹੈ, ਕਿਉਂਕਿ ਫਿਰ ਅੰਨੀ ਸਰਦਾ ਪੈਦਾ ਹੋ ਜਾਂਦੀ ਹੈ। ਫਿਰ ਮੱਥੇ ਟੇਕਣ ਤੱਕ ਸੀਮਿਤ ਰਵਾਂਗੇ ਅਸੀਂ, ਗਿਆਨ ਇਕੱਠਾ ਕਰਨ ਤੱਕ ਨਹੀਂ। ਇੱਥੇ ਜੋ ਜ਼ਿਕਰ ਕਰ ਰਹੇ ਹਾਂ, ਜੇ ਬੰਦਾ ਗੁਰੂ ਤੋਂ ਹੁਕਮ ਦੀ ਉਦੂਲੀ ਕਰਨ ਲੱਗ ਜਾਏ ਤਾਂ ਗੁਰੂ ਸਵਰੂਪ ਸੱਚ ਜਾਣੋ ਤੇ ਬੰਦਾ ਹੰਕਾਰੀ ਹੋ ਜਾਂਦਾ ਹੈ। ਹੰਕਾਰੀ ਉਹ ਬੰਦਾ ਹੁੰਦਾ ਹੈ ਕਿ ਜਿਹਦੇ ਕੋਲੇ ਨਾਮ ਨਾ ਹੋਵੇ, ਤੇ ਜਿਹਦੇ ਕੋਲੇ ਨਾਮ ਹੈ ਉਹਦੇ ਕੋਲ ਕਦੇ ਹੰਕਾਰ ਨਹੀਂ ਹੋਏਗਾ। ਕਿਉਂ? ਕਿਉਂਕਿ ਦੋਨਾਂ ਦਾ ਵਿਰੋਧ ਹੈ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਠਾਏ। ਦੋਨੇ ਇੱਕ ਥਾਂ ਦੇ ਉੱਪਰ ਕਦੇ ਟਿੱਕੇ ਨਹੀਂ ਬੈਠਦੀਆਂ। ਕਿਉਂ? ਜਿੱਥੇ ਨਾਮ ਹੈ ਉੱਥੇ ਹਉਮੈ ਨਹੀਂ ਹੋਏਗੀ, ਜਿੱਥੇ ਹਉਮੈ ਹੈ ਤੇ ਉੱਥੇ ਨਾਮ ਨਹੀਂ ਹੋਏਗਾ। ਤੇ ਨਾਮ ਦੇ ਨਾਲ ਹਉਮੈ ਨੂੰ ਅਸੀਂ ਖਤਮ ਕਰਨਾ ਹੈ। ਭਾਈ ਗੁਰਦਾਸ ਜੀ ਵੀ ਸਾਨੂੰ ਜ਼ਿਕਰ ਕਰਕੇ ਸਮਝਾਉਂਦੇ ਨੇ, ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਇਹ ਭਲਿਆ ਜੇ ਤੂੰ ਸਿਮਰਨ ਕਰਨ ਲੱਗ ਜਾਏ, ਜੇ ਤੂੰ ਬੰਦਗੀ ਕਰਨ ਲੱਗ ਜਾਏ, ਤੇਰੇ ਅੰਦਰੋਂ ਹਉਮੈ ਖਤਮ ਹੋ ਸਕਦੀ ਹੈ। ਜੇ ਇਕੱਲਾ ਗਿਆਨ ਹੀ ਇਕੱਠਾ ਕਰਦਾ ਰਿਹਾ ਤੇ ਇਹ ਹੰਕਾਰ ਪੈਦਾ ਕਰੇਗੀ, ਲਾਲਚ ਪੈਦਾ ਕਰੇਗੀ, ਹਉਮੈ ਪੈਦਾ ਕਰੇਗੀ। ਇਸ ਕਰਕੇ ਗੁਰੂ ਨੇ ਕਹਿਤਾ ਪੜਿਆ ਮੂਰਖ ਆਖੀਏ ਜਿਤ ਲਵ ਲੋ ਹੰਕਾਰਾ। ਇੱਥੇ ਕਵੀ ਜੀ ਦੱਸਦੇ ਪਏ ਨੇ, ਸਤਿਗੁਰੂ ਜੀ ਕਹਿੰਦੇ ਕੀ ਕਹਿੰਦੇ ਪਏ ਨੇ, ਕਹਿਣ ਲੱਗੇ ਭਲਿਆ ਇਹ ਗੱਲ ਯਾਦ ਰੱਖੀ ਹੈ ਬਹਾਦਰ ਸਾਹ, ਤੂੰ ਆਹ ਗੱਲ ਯਾਦ ਰੱਖੀ। ਕਹਿਣ ਲੱਗੇ ਜੇ ਅਬ ਬੰਦਾ ਦਿਨ ਕੇਤਕ ਮੈਂ ਥੋੜੇ ਦਿਨ ਹੀ ਹੈ, ਹਵਾ ਹੈ ਹੰਕਾਰੀ। ਕਹਿੰਦੇ ਕਦੇ ਇਹ ਨਾ ਹੋਵੇ ਵੀ ਜੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤੇ ਹੋ ਸਕਦਾ ਬੰਦੇ ਦੇ ਅੰਦਰ ਵੀ ਕਦੇ ਹੰਕਾਰ ਨਾ ਪੈਦਾ ਹੋ ਜਾਵੇ। ਜਵੈ ਉਲੰਘਣ ਕਰੈ ਗੋ ਆਇਸ ਹਮਾਰੀ। ਕਹਿਣ ਲੱਗੇ ਗੱਲ ਯਾਦ ਰੱਖੀ, ਤੇ ਜੇ ਇਸ ਤਰ੍ਹਾਂ ਦੀ ਲੰਘਣਾ ਹੋ ਗਈ ਨਾ, ਜੇ ਇਸ ਤਰ੍ਹਾਂ ਦੀ ਲੰਘਣਾ ਹੋ ਗਈ ਤੇ ਫਿਰ ਕਹਿੰਦੇ ਉਹ ਸਾਡੇ ਕੋਲ ਹੀ ਆਏਗਾ। ਫਿਰ ਉਹ ਆਏਗਾ ਜੇ ਆਹ ਲੰਘਣਾ ਕਰਕੇ ਵੇਖ ਲਈ ਨਾ, ਜੇ ਕਦੇ ਅੰਦਰ ਹੰਕਾਰ ਪੈਦਾ ਹੋ ਗਿਆ ਫਿਰ ਉਹਨੂੰ ਸਾਡੇ ਕੋਲ ਆਉਣਾ ਪਵੇਗਾ। ਬਿਗੜ ਜਾਏਗੋ ਪੰਥ ਸੈ ਨਿਜ ਪੰਥ ਚੱਲੇ ਹੈ। ਕਹਿਣ ਲੱਗੇ ਜਿਹੜੇ ਪੰਥ ਤੋਂ ਵਿਗੜ, ਪੰਥ ਦਾ ਅਰਥ ਹੁੰਦਾ ਰਸਤਾ, ਪੰਥ ਦਾ ਅਰਥ ਹੈ ਰਸਤਾ। ਕਵੀ ਜੀ ਕਹਿਣ ਲੱਗੇ, ਕਹਿੰਦੇ ਸਤਿਗੁਰੂ ਜੀ ਸਮਝਾਉਂਦੇ ਪਏ ਨੇ, ਕਹਿਣ ਲੱਗੇ ਬਾਦਸ਼ਾਹ, ਬਾਦਸ਼ਾਹ ਕਿਹਨੂੰ ਕਹਿੰਦੇ ਆ? ਬਹਾਦਰ ਸ਼ਾਹ ਨੂੰ। ਕਹਿਣ ਲੱਗੇ ਬਾਦਸ਼ਾਹ ਬਹਾਦਰ, ਕਹਿੰਦੇ ਜੇ ਬੰਦਾ ਨਾ ਆਪਣੇ ਰਸਤੇ ਤੋਂ ਭਟਕ ਜਾਏ, ਬੰਦਾ ਆਪਣੇ ਰਸਤੇ ਤੋਂ ਭਟਕ ਜਾਏ, ਰਸਤੇ ਤੋਂ ਖੁੰਝ ਜਾਏ, ਕਹਿੰਦੇ ਕਦੇ ਵੀ ਉਹ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। ਨਿਜ ਪੰਥ ਚੱਲੇ ਨਾ, ਨਿੱਜੀ ਪੰਥ ਭਾਵ ਕੀ ਹੈ? ਗੁਰੂ ਦੇ ਰਸਤੇ ਨੂੰ ਛੱਡ ਕੇ ਆਪਣੇ ਨਿੱਜੀ ਰਸਤੇ ਤੇ ਚੱਲਣਾ ਸ਼ੁਰੂ ਕਰਦੇ। ਇੱਥੇ ਦੁਬਾਰਾ ਰਿਪੀਟ ਕਰਦੇ ਹਾਂ, ਗੁਰੂ ਦੀ ਮੱਤ ਨੂੰ ਛੱਡ ਕੇ ਆਪਣੀ ਮੱਤ ਅਨੁਸਾਰ ਜੀਵਨ ਜਿਉਣਾ ਸ਼ੁਰੂ ਕਰਦੇ। ਦੋ ਚੀਜ਼ਾਂ ਹੁੰਦੀਆਂ ਗੁਰੂ ਸਾਰੋ, ਜਾਂ ਤਾਂ ਤੁਹਾਨੂੰ ਆਪਣੀ ਮੱਤ ਅਨੁਸਾਰ ਜੀਵਨ ਜਿਉਣਾ ਪਏਗਾ ਤੇ ਜਾਂ ਫਿਰ ਗੁਰੂ ਦੀ ਮੱਤ ਅਨੁਸਾਰ ਜਿਉਣਾ ਪਏਗਾ। ਜੇ ਗੁਰੂ ਦੀ ਮੱਤ ਅਨੁਸਾਰ ਜੀਵਨ ਜਿਉਣਾ, ਫਿਰ ਆਪਣੀ ਮੱਤ ਨੂੰ ਤਿਆਗਣਾ ਪਏਗਾ। ਗੁਰੂ ਜੀ ਕਹਿੰਦੇ ਗੁਰ ਕੀ ਮਤ ਲੈ ਤੂੰ ਜਾਨੇ, ਭਗਤ ਬਿਨਾ ਬੋ ਡੁੱਬੇ ਸਿਆਨੇ। ਕਿਤੇ ਇਹ ਨਾ ਹੋਵੇ ਕਿ ਤੂੰ ਗੁਰੂ ਦੀ ਮਤ ਨੂੰ ਓਲੇ ਰੱਖ ਦੇ ਤੇ ਆਪਣੀ ਮਤ ਨੂੰ ਅੱਗੇ ਲੈ ਕੇ ਚੱਲ ਪਵੇ। ਪਰ ਮਾਫ ਕਰੋ, ਜ਼ਿਆਦਾ ਹਾਲ ਸਾਡਾ ਇਹੋ ਹੀ ਹੈ। ਅਸੀਂ ਹਰ ਇੱਕ ਥਾਂ ਦੇ ਉੱਪਰ ਆਪਣੀ ਮਤ ਵਰਤਦੇ ਹਾਂ, ਅਸੀਂ ਗੁਰੂ ਦੀ ਮਤ ਨਹੀਂ ਲੈਤੀ। ਹਰ ਇੱਕ ਥਾਂ ਤੇ ਅਸੀਂ ਆਪਣੀ ਮਰਜ਼ਾਦਾ ਘਸੋੜ ਲੈਂਦੇ ਹਾਂ। ਅਸੀਂ ਕਹਿੰਦੇ ਨਹੀਂ ਇੱਥੋਂ ਐ ਨਹੀਂ, ਐਂ ਕਰਨਾ ਚਾਹੀਦਾ। ਅੱਜ ਮਰਜ਼ਾਦਾ ਦੀਆਂ ਵੀ ਧੱਜੀਆਂ ਡਾਈਆਂ ਜਾਂਦੀਆਂ ਨੇ, ਥਾਂ ਥਾਂ ਦੇ ਉੱਪਰ ਮਰਜ਼ਾਦਾ ਦੀਆਂ ਧੱਜੀਆਂ ਡਾਈਆਂ। ਮਾਫ ਕਰਨਾ, ਮੈਂ ਜ਼ਿਕਰ ਕਰਦਾ ਪਿਆ,
ਯਾਦ ਰੱਖੋ, ਧੱਜੀਆਂ ਵੀ ਉਹ ਲੋਕ ਉਡਾਉਂਦੇ ਆ ਕਿ ਜਿਨ੍ਹਾਂ ਨੂੰ ਸਾਰਾ ਕੁਝ ਪਤਾ ਹੈ ਵੀ ਹਾਂ ਇਦਾਂ ਹੋਣਾ ਚਾਹੀਦਾ, ਪਰ ਫਿਰ ਵੀ ਉਹ ਕਰਦੇ ਨਹੀਂ। ਇਹਦਾ ਭਾਵ ਕੀ ਹੈ ਕਬੀਰ, ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ। ਆਹ ਹਾਲ ਹੋ ਜਾਂਦਾ ਹੈ ਗੁਰੂ ਸਵਾਰਿਓ ਕਿ ਸਾਰਾ ਕੁਝ ਮਨ ਜਾਣਦਾ ਤਾਂ ਹੈ, ਮਨ ਨੂੰ ਪਤਾ ਕੀ ਨਹੀਂ ਵੀ ਮੈਂ ਗਲਤ ਕਰ ਰਿਹਾ, ਪਰ ਸੱਚ ਜਾਣੋ ਫਿਰ ਵੀ ਕਰਦਾ ਪਿਆ ਹੈ। ਇਹਨੂੰ ਕਹਿੰਦੇ ਆਪਣੇ ਮਨ ਦੇ ਮਗਰ ਚੱਲਣਾ। ਤੇ ਜੇ ਗੁਰੂ ਦੇ ਅਨੁਸਾਰ ਆਪਣਾ ਜੀਵਨ ਜਿਉਣ ਲੱਗ ਜਾਏ, ਇੱਥੇ ਸਮਝਾਉਂਦੇ ਪਏ ਨੇ, ਕਹਿਣ ਲੱਗੇ ਜੇ ਆਪਣੇ ਰਸਤਾ ਗੁਰੂ ਦੇ ਰਸਤੇ ਨੂੰ ਛੱਡ ਕੇ ਆਪਣੇ ਨਿੱਜੀ ਰਸਤੇ ਤੇ ਜੇ ਕੋਈ ਭਾਈ ਚੱਲਣ ਲੱਗ ਜਾਂਦਾ ਹੈ, ਗੁਰ ਕਰ ਸੋ ਬੇਮੁਖ ਹਵੈ, ਜਤ ਸਤ ਸਭ ਖਵੇ ਹੈ। ਕਹਿਣ ਲੱਗੇ ਗੁਰ ਘਰ ਸੋ ਬੇਮੁਖ ਹੈ। ਤੇ ਜਿਹੜਾ ਗੁਰੂ ਤੋਂ ਬੇਮੁਖ ਹੋ ਗਿਆ ਨਾ, ਤੇ ਗੁਰੂ ਸਵਾਰੋ ਤੁਹਾਨੂੰ ਕਿਤੇ ਥਾਂ ਟਿਕਾਣਾ ਕੋਈ ਨਹੀਂ ਮਿਲਦਾ, ਕਦੇ ਵੀ ਨਹੀਂ ਮਿਲੇਗਾ। ਬਸ ਗੁਰੂ ਤੋਂ ਬੇਮੁਖ ਨਹੀਂ ਹੋਣਾ, ਗੁਰੂ ਦੇ ਵੱਲ ਤਾਂ ਅਸੀਂ ਆਪਣਾ ਮੁਖ ਰੱਖਣਾ। ਇਹਨੂੰ ਕਹਿੰਦੇ ਆ ਗੁਰਮੁਖ। ਗੁਰਮੁਖ ਦਾ ਅਸਲ ਦੇ ਵਿੱਚ ਸ਼ਾਬਦਿਕ ਅਰਥ ਹੀ ਇਹ ਹੈ। ਉਦਾਂ ਅਸੀਂ ਹਰ ਇੱਕ ਨੂੰ ਗੁਰਮੁਖ ਕਹਿ ਦਿੰਦੇ ਵੀ ਭਾਈ ਗੁਰਮੁਖਾ ਤੇਰਾ ਕੀ ਹਾਲ ਹੈ, ਪਰ ਮਾਫ ਕਰੋ ਗੁਰਮੁਖ ਬਣਨਾ ਬੜਾ ਔਖਾ ਹੈ। ਗੁਰਮੁਖ ਗੁਰੂ ਦੇ ਵੱਲ ਮੁਖ, ਭਾਵ ਕਿ ਗੁਰੂ ਦੇ ਅਨੁਸਾਰ ਜੀਵਨ ਜਿਉਣ ਵਾਲੇ ਨੂੰ ਹੀ ਗੁਰਮੁਖ ਕਹਿੰਦੇ ਆ, ਜਿਹੜਾ ਉਹਦੇ ਰਸਤੇ ਤੋਂ ਕਦੇ ਭਟਕ ਨਾ ਜਾਏ। ਤੇ ਗੁਰੂ ਸਵਾਰੋ ਇੱਕ ਗੁਰਮੁਖ ਹੈ ਤੇ ਇੱਕ ਹੈ ਮਨਮੁਖ। ਮਨਮੁਖ ਉਹ ਹੈ ਕਿ ਜਿਹੜਾ ਆਪਣਾ ਮੁਖ ਮਨ ਦੇ ਨਾਲ ਜੋੜ ਲਏ, ਭਾਵ ਕਿ ਮਨ ਅਨੁਸਾਰ ਕਰਦਾ ਰਹੇ। ਗੁਰੂ ਦੇ ਵੱਲੋਂ ਪਿੱਠ ਕਰ ਲਈ ਤੇ ਆਪਣੇ ਮਨ ਕਿੰਨੀ ਮੁਖ ਕਰ ਲਿਆ। ਜੇ ਮਨ ਕਿੰਨੀ ਪਿੱਠ ਕਰ ਲਈਏ, ਗੁਰੂ ਵੱਲ ਮੁਖ ਕਰ ਲਈਏ, ਫਿਰ ਖੇਡ ਬਣ ਜਾਣੀ ਹੈ। ਨਹੀਂ ਤਾਂ ਫਿਰ ਗੁਰੂ ਤੋਂ ਅਸੀਂ ਬੇਮੁਖ ਹੋ ਗਏ, ਬੇਮੁਖ ਹੋਏ ਗੁਰੂ ਤੇ। ਜਿਹੜਾ ਕੋਈ ਗੁਰੂ ਤੋਂ ਬੇਮੁਖ ਹੋ ਜਾਂਦਾ ਹੈ, ਇਹ ਗੱਲ ਯਾਦ ਰੱਖਿਓ, ਤੁਸੀਂ 12 ਮਾਹਾਂ ਬਾਣੀ ਦੇ ਅੰਦਰ ਸ਼ਬਦ ਪੜ੍ਹਦੇ ਹੋ। ਪੰਚਮ ਪਿਤਾ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮੇਰੇ ਸਤਿਗੁਰੂ ਜੀ, ਦੇਖੋ ਕਿੰਨੇ ਵੱਡੇ ਪਿਆਰੇ ਸ਼ਬਦ ਕਹੇ। ਸਤਿਗੁਰੂ ਜੀ ਕਹਿੰਦੇ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਦੇਖੋ ਜਨਮ ਵਿਜੋਗ, ਵਿਜੋਗ ਦਾ ਅਰਥ ਕੀ ਹੈ? ਵਿਛੋੜਾ, ਤੜਫਣਾ। ਜਨਮਾਂ ਦੀ ਇੱਕ ਦੀ ਗੱਲ ਨਹੀਂ ਕਰੀ, ਲੱਗਣ ਜਨਮ। ਇੱਥੇ ਸ਼ਬਦ ਹੈ ਬਹੁ ਵਚਨ, ਜਨਮ ਸ਼ਬਦ ਵਰਤਿਆ ਇੱਕ ਹੈ, ਪਰ ਇਹਦੇ ਅਰਥ ਬਹੁ ਵਚਨਾਂ ਵੱਲ ਜਾਂਦਾ ਹੈ। ਭਾਵ ਕਿ ਜਨਮਾਂ ਜਨਮਾਂ ਦੀ ਜਿਹੜੀ ਆਪਣੇ ਮੈਲ ਮਨ ਨੂੰ ਲੱਗੀ ਹੈ ਨਾ, ਫਿਰ ਉਹ ਤੜਫਣਾ ਹੀ ਖੜਾ ਕਰ ਦਿੰਦੀ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਹੋਆ ਸਾਹੋ। ਜਿਹੜੀ ਜਨਮਾਂ ਜਨਮਾਂ ਦੀ ਮੈਲ ਲੱਗੀ ਨਾ, ਤੇ ਫਿਰ ਇਹ ਖੜੀ ਹੋ ਜਾਂਦੀ ਹੈ, ਉੱਠ ਖੜਦੀ ਹੈ। ਤੇ ਜੇ ਮੈਲ ਉੱਠ ਖੜੇ ਤੇ ਫਿਰ ਬੰਦੇ ਨੂੰ ਟਿਕਣ ਕੋਈ ਨਹੀਂ ਦਿੰਦੀ। ਤੇ ਇਸੇ ਮੈਲ ਨੂੰ ਤਾਂ ਅਸੀਂ ਖਤਮ ਕਰਨਾ। ਜਿਹੜੀ ਮੈਲ ਅਸੀਂ ਲੈ ਕਰਕੇ ਦੁਨੀਆ ਤੇ, ਬੰਦਾ ਸੋਚਦਾ ਵੀ ਮੈਲ ਕੋਈ ਵੱਖਰੀ ਹੋਣੀ। ਅਸੀਂ ਤਾਂ ਇਦਾਂ ਸੋਚਦੇ ਹਾਂ ਵੀ ਜਿਵੇਂ ਕੱਪੜੇ ਮੈਲੇ ਹੋ ਜਾਂਦੇ ਆ, ਜਿਵੇਂ ਸਾਡਾ ਸਰੀਰ ਤਨ ਮੈਲਾ ਹੋ ਜਾਂਦਾ, ਇਸੇ ਤਰ੍ਹਾਂ ਸਾਡਾ ਮਨ ਵੀ ਮੈਲਾ ਹੋਏਗਾ। ਨਹੀਂ, ਸਮਝਣ ਦਾ ਯਤਨ ਕਰੀਏ। ਬਾਬੇ ਨਾਨਕ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਪ ਬਾਣੀ ਦੇ ਅੰਦਰ ਬੜੇ ਸੋਹਣੇ ਤਰੀਕੇ ਨਾਲ ਸਮਝਾਉਣ ਦਾ ਯਤਨ ਕੀਤਾ। ਮੇਰੇ ਸਤਿਗੁਰੂ ਜੀ ਕਹਿੰਦੇ ਪਏ ਨੇ, ਸਤਿਗੁਰੂ ਜੀ ਕਹਿੰਦੇ ਭਰੀਏ ਹੱਥ ਪੈ ਤਨ ਦੇ, ਪਾਣੀ ਧੋਤਾ ਉੱਤਰ ਸਿੱਖੇ। ਖੇ ਦਾ ਅਰਥ ਹੁੰਦਾ ਮਿੱਟੀ। ਕਹਿੰਦੇ ਤੈਨੂੰ ਤਾਂ ਇਦਾਂ ਦਾ ਲੱਗਦਾ ਵੀ ਸਰੀਰ ਤੇ ਜਿਵੇਂ ਮਿੱਟੀ ਲੱਗ ਗਈ ਨਾ, ਤੇ ਇਸੇ ਤਰ੍ਹਾਂ ਹੀ ਸਾਰੀ ਖੇਡ ਹੈ। ਕਹਿੰਦੇ ਮਿੱਟੀ ਲੱਗ ਜਾਂਦੀ ਹੈ ਤੇ ਉਹਨੂੰ ਪਾਣੀ ਦੇ ਨਾਲ ਧੋ ਲੈਂਦਾ ਹੈ। ਇੱਥੇ ਵੀ ਬਸ ਨਹੀਂ, ਕਹਿੰਦੇ ਗੰਦੇ ਕੱਪੜੇ ਹੋ ਜਾਣ। ਕੀ ਕਹਿੰਦੇ ਪਏ ਨੇ? ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈ ਧੋਏ। ਸਾਬਣ ਲਾ ਕਰਕੇ ਸਾਫ਼ ਕਰਕੇ ਕੱਪੜੇ ਵੀ ਸਾਫ਼ ਪਾ ਲਏ। ਅਗਲੀ ਗੱਲ ਪਤਾ ਕੀ ਕਹੀ? ਅਗਲੀ ਗੱਲ ਕਹਿੰਦੇ ਪਏ ਨੇ ਭਰੀਏ ਮਤ ਪਾਪਾਂ ਕੇ ਸੰਗ, ਹੋ ਧੋਪੈ ਨਵਾਂ ਕੇ ਰੰਗ। ਮਤ ਪਾਪਾਂ ਨਾਲ ਭਰੀਏ। ਇਸੇ ਮਤ ਨੂੰ ਗੁਰੂ ਸਾਹਿਬ ਜੀ ਨੇ ਮੈਲ ਕਿਹਾ ਹੈ। ਹੁਣ ਜ਼ਿਕਰ ਕਰਦੇ ਹਾਂ। ਕਈ ਵਾਰ ਬੰਦਾ ਸੋਚਦਾ ਹੈ ਗੱਲ ਪਾਪਾਂ ਦੀ ਹੈ, ਵੀ ਮੈਂ ਤਾਂ ਕੋਈ ਪਾਪੀ ਕੋਈ ਨਹੀਂ। ਪਾਪ ਸ਼ਬਦ ਬੜਾ ਵੱਡਾ ਲੱਗਦਾ ਹੈ ਵੀ ਪਾਪ, ਪਰ ਹੈ ਬੜਾ ਸੂਖਮ ਹੈ, ਕਿਉਂਕਿ ਨਜ਼ਰ ਨਹੀਂ ਆਉਂਦਾ। ਦਿਨ ਵਿੱਚ ਦੀ ਗੁਰੂ ਸਵਾਰੋ ਅਸੀਂ ਕਰੋੜਾਂ ਪਾਪ ਕਮਾ ਲੈਂਦੇ ਹਾਂ, ਕਰੋੜਾਂ ਪਾਪ ਦਿਨ ਵਿੱਚ ਦੀ। ਲੱਗਦਾ ਤਾਂ ਇਦਾਂ ਹੈ ਵੀ ਪਾਪ ਸ਼ਬਦ ਹੈ, ਪਰ ਕਰੋੜਾਂ ਪਾਪ ਅਸੀਂ ਕਿੱਦਾਂ ਕਮਾਉਂਦੇ ਹਾਂ? ਇਹਨੂੰ ਸੁਣਨ ਦਾ ਯਤਨ ਕਰਿਓ। ਇਹਨੂੰ ਹੀ ਮੈਲ ਕਹਿ ਦਿੱਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਹਿੰਦੀ ਚਾਦਰ। ਮੇਰੇ ਸਤਿਗੁਰੂ ਜੀ ਦੇ ਬੜੇ ਪਿਆਰੇ ਵਚਨ ਨੇ। ਸਤਿਗੁਰੂ ਜੀ ਕਹਿਣ ਲੱਗੇ, ਮਨ ਰੇ ਕੌਣ ਕੋ ਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹੀਂ ਕੀਨੀ। ਤੇ ਮੇਰੇ ਮਾਲਕ ਨੇ ਬੜੇ ਤਰੀਕੇ ਨਾਲ ਸਮਝਾਉਣ ਦਾ ਯਤਨ ਕੀਤਾ। ਕਹਿਣ ਲੱਗਿਆ, ਭਲਿਆ ਕੀ ਕਰਦਾ ਪਿਆ ਹੈ ਮੇਰੇ ਮਨਾ, ਆ ਕਿਹੜੀ ਮੱਤ ਨੂੰ ਧਾਰਨ ਕੀਤਾ?
ਪਰਾਏ ਤਨ ਨੂੰ ਤੱਕਦਾ ਪਿਆ, ਈਰਖਾ ਕਰਦਾ ਪਿਆ, ਨਿੰਦਿਆ ਕਰਦਾ ਪਿਆ, ਝੂਠ ਬੋਲਦਾ ਪਿਆ। ਆ ਜਿੰਨੇ ਬਕਾਰ ਸਾਡੇ ਅੰਦਰ ਹੈ ਨਾ ਗੁਰੂ ਸਵਾਰੋ, ਇਹ ਸਾਰੇ ਦੇ ਸਾਰੇ ਪਾਪ ਨੇ। ਗੱਲ ਨੋਟ ਕਰਿਓ। ਇਹਨਾਂ ਨੂੰ ਇੱਕ ਸ਼ਬਦ ਮੇਰੇ ਗੁਰੂ ਸਾਹਿਬ ਜੀ ਨੇ ਦੇ ਦਿੱਤਾ। ਇਹ ਸ਼ਬਦ ਬਹੁਤੇ ਨੇ। ਇਹਨੂੰ ਗੁਰੂ ਸਾਹਿਬ ਜੀ ਨੇ ਤਾਤ ਪਰਾਈ ਵੀ ਕਿਹਾ ਹੈ। ਇਹਨੂੰ ਸ਼ਬਦ ਦਿੱਤਾ ਹੈ ਤਾਤ ਪਰਾਈ। ਤਾਤ ਪਰਾਈ ਦਾ ਅਰਥ ਵੀ ਇਹੋ ਹੀ ਹੈ। ਇਸ ਨੂੰ ਹੀ ਕਹਿੰਦੇ ਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਝੂਠ, ਨਿੰਦਿਆ, ਫਰੇਬ, ਧੋਖਾ ਧੜੀ, ਬੇਈਮਾਨੀ, ਝੂਠ ਬੋਲਣਾ, ਇਹ ਸਾਰਾ ਕੁਝ ਵਿੱਚ ਆ ਗਿਆ। ਇਸ ਨੂੰ ਗੁਰੂ ਨੇ ਇੱਕ ਸ਼ਬਦ ਦਿੱਤਾ, ਕਹਿਣ ਲੱਗੇ ਮੰਨ ਰੇ ਕੌਣ ਕੁਮਤ ਤਿੰਨ। ਆਹ ਕੁਮਤ, ਪੈੜੀ ਮਤ ਜਿਹਨੂੰ ਕਹਿੰਦੇ ਆ। ਇਸ ਨੂੰ ਗੁਰੂ ਸਾਹਿਬ ਨੇ ਕਹਿਤਾ ਝੂਠ ਬੋਲਣਾ ਪਾਪ ਹੈ, ਨਿੰਦਿਆ ਕਰਨੀ ਪਾਪ ਹੈ, ਈਰਖਾ ਕਰਨਾ ਪਾਪ ਹੈ, ਬੇਈਮਾਨੀ ਕਰਨੀ ਪਾਪ ਹੈ, ਚੋਰੀ ਕਰਨੀ ਪਾਪ ਹੈ, ਠੱਗੀ ਮਾਰਨੀ ਪਾਪ ਹੈ। ਮਾਫ ਕਰੋ ਤੇ ਦਿਨ ਵੇਚਦੀ ਅਸੀਂ ਕਿਸੇ ਦੇ ਦਿਲ ਨੂੰ ਦਿਖਾਉਣਾ ਵੀ ਪਾਪ ਹੈ। ਤੇਰੇ ਬੋਲਾਂ ਦੇ ਵਿੱਚ ਵੀ ਪਾਪ, ਤੇਰੀ ਬੈਠਣੀ ਵਿੱਚ ਵੀ ਪਾਪ, ਤੇਰੇ ਖਾਣੇ ਵਿੱਚ ਵੀ ਪਾਪ, ਤੇਰੇ ਤੁਰੇ ਜਾਂਦਿਆਂ ਵਿੱਚ ਵੀ ਪਾਪ। ਪਤਾ ਨਹੀਂ ਕਰੋੜਾਂ ਪਾਪ ਕਮਾ ਲੈਂਦਾ ਹੈ, ਕਰੋੜਾਂ ਪਾਪ। ਤੇ ਜਿਹੜੇ ਪਾਪ ਅਸੀਂ ਕਮਾਉਂਦੇ ਹਾਂ, ਇਹਨਾਂ ਪਾਪਾਂ ਨੂੰ ਨਾਮ ਦੇ ਨਾਲ ਧੋਤਾ ਜਾ ਸਕਦਾ ਹੈ। ਮੈਂ ਜ਼ਿਕਰ ਕਰ ਰਿਹਾ, ਸਤਿਗੁਰੂ ਜੀ ਸਮਝਾਉਂਦੇ ਪਏ ਨੇ, ਜਿਹੜਾ ਗੁਰੂ ਤੋਂ ਬੇਮੁਖ ਹੋ ਜਾਂਦਾ ਨਾ, ਤਾਂ ਉਹਦੀ ਮੱਤ ਹਮੇਸ਼ਾ ਹੀ ਪਾਪਾਂ ਨਾਲ ਭਰੀ ਰਹਿੰਦੀ ਹੈ। ਹਮੇਸ਼ਾ ਮੱਤ ਦੀ ਪਾਪਾਂ ਨਾਲ ਭਰੀ ਰਹੇਗੀ। ਜਿਹੜਾ ਗੁਰੂ ਨਾਲ ਜੁੜ ਜਾਂਦਾ ਹੈ ਤੇ ਉਹਦੀ ਮੱਤ ਸਾਫ਼ ਹੋ ਜਾਂਦੀ ਹੈ। ਤੇ ਮੇਰੇ ਮਾਲਕ ਜੀ ਕਹਿੰਦੇ ਪਏ ਨੇ, ਭਰੀਏ ਮੱਤ ਪਾਪਾਂ ਕੇ ਸੰਗ ਹੋ ਧੋਪੈ ਨਵਾਂ ਕੇ ਰੰਗ। ਤੇ ਨਾਮ ਦੇ ਨਾਲ ਕਦੇ ਧੋ ਲਈਏ। ਇੱਥੇ ਜ਼ਿਕਰ ਕਰਦੇ ਪਏ ਨੇ ਕਵੀ ਜੀ, ਕਹਿਣ ਲੱਗੇ ਮੇਰੇ ਸਤਿਗੁਰੂ ਜੀ ਸਮਝਾ ਰਹੇ ਨੇ, ਸਮਝਾਉਂਦੇ ਪਏ ਨੇ ਬਹਾਦਰ ਸ਼ਾਹ ਨੂੰ। ਕਹਿਣ ਲੱਗੇ ਬਹਾਦਰ ਸ਼ਾਹ ਕਹਿੰਦੇ ਗੁਰ ਘਰ ਸੋ ਬੇਮੁਖ ਹੈ। ਜਿਹੜਾ ਗੁਰੂ ਤੋਂ ਬੇਮੁਖ ਹੋ ਜਾਂਦਾ ਹੈ ਤੇ ਉਹਨੂੰ ਕਦੇ ਵੀ ਕਿਸੇ ਥਾਂ ਤੇ ਲਾਜ ਭਾਵ ਕਿ ਕਿਸੇ ਥਾਂ ਤੇ ਪਤ ਇੱਜ਼ਤ ਨਹੀਂ ਮਿਲਦੀ ਹੈ। ਤਬ ਹਮ ਅਜਮਤ ਆਪਣੀ ਤਿਸ ਤੈ ਸਭ ਲੈ ਹੈ। ਕਹਿਣ ਲੱਗੇ ਫੇਰ ਕੀ ਹੁੰਦਾ ਵੀ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ ਹੁੰਦੀਆਂ ਨਾ, ਤੇ ਜਿਹੜਾ ਆਪਣੇ ਅਨੁਸਾਰ ਜੀਵਨ ਜਿਉਣ ਲੱਗ ਜਾਏ, ਜਿਹੜੀ ਮਾੜੀ ਮੋਟੀ ਬਰਕਤ ਹੁੰਦੀ ਹੈ ਮੇਰੇ ਮਾਲਕ ਨੇ ਕੀਤੀ ਹੁੰਦੀ ਹੈ ਗੁਰੂ ਸਵਾਰਿਓ। ਦੇਖੋ ਇੱਕ ਗੱਲ ਯਾਦ ਰੱਖਿਓ, ਸਤਿਗੁਰੂ ਜੀ ਨੇ ਸਾਨੂੰ ਦੁਨੀਆ ਤੇ ਨਾ ਸਰਦਾਰ ਬਣਾ ਕੇ ਭੇਜਿਆ। ਐਦੂ ਵੱਡੀ ਬਖਸ਼ਿਸ਼ ਕੋਈ ਨਹੀਂ ਹੋ ਸਕਦੀ। ਜਿਹਨੂੰ ਆ ਤਨ ਦੇ ਦਿੱਤਾ ਨਾ, ਜਿਹਨੂੰ ਆਹ ਸਰੀਰ ਦੇ ਦਿੱਤਾ, ਜਿਹਦੇ ਅੰਦਰ ਜੋਤ ਰੱਖ ਦਿੱਤੀ, ਜਿਹਦੇ ਅੰਦਰ ਸਵਾਸ ਗੁਰੂ ਨੇ ਪਾ ਦਿੱਤੇ, ਐਦੂ ਵੱਡੀਆਂ ਬਖਸ਼ਿਸ਼ਾਂ ਕੋਈ ਨਹੀਂ ਹੋ ਸਕਦੀਆਂ। ਰਾਜਾ ਬਣਾ ਕੇ ਭੇਜਿਆ, ਬਾਦਸ਼ਾਹ। ਪਰ ਮਾਫ ਕਰੋ, ਅਸੀਂ ਆ ਕੇ ਇੱਥੇ ਨੌਕਰ ਬਣ ਗਏ ਹਾਂ, ਆ ਕਰਕੇ ਇੱਥੇ ਠੱਗ ਬਣ ਗਏ, ਚੋਰ ਬਣ ਗਏ, ਗੱਲ ਵੱਖਰੀ। ਪਰ ਬਣਾਇਆ ਮੇਰੇ ਮਾਲਕ ਨੇ ਸਾਨੂੰ ਬਹੁਤ। ਏਦੂ ਵੱਡੀ ਕਿਸਮਤ ਕੀ ਹੋਏਗੀ। ਤੇ ਜਿਹਨੂੰ ਸਾਰਾ ਕੁਝ ਹੀ ਮਿਲ ਗਿਆ, ਮੇਰੇ ਗੁਰੂ ਨੇ ਸਭ ਕੁਝ ਪ੍ਰੋਵਾਈਡ ਕਰਵਾ ਦਿੱਤਾ, ਸਭ ਕੁਝ ਦੇ ਦਿੱਤਾ, ਪਰ ਅਸੀਂ ਉਹਦੀਆਂ ਕਦੇ ਦਿੱਤੀਆਂ ਹੋਈਆਂ ਸਗਾਤਾਂ ਦਾ ਸ਼ੁਕਰਾਨਾ ਕਦੇ ਕੀਤਾ ਕੋਈ ਨਹੀਂ। ਅਸੀਂ ਆਪਣੀ ਮਰਜ਼ੀ ਅਨੁਸਾਰ ਜੀਵਨ ਜਿਉਂਦੇ ਹਾਂ। ਤੇ ਗੁਰੂ ਸਵਾਰੋ, ਤੇ ਇੱਥੇ ਸਤਿਗੁਰੂ ਜੀ ਕਹਿੰਦੇ ਜਿਹੜੀਆਂ ਬਖਸ਼ਿਸ਼ਾਂ ਦਿੱਤੀਆਂ ਹੁੰਦੀਆਂ ਨਾ, ਤੇ ਬੰਦਾ ਇਹ ਬਖਸ਼ਿਸ਼ਾਂ ਆਪਣੇ ਹੱਥ ਤੋਂ ਗਵਾ ਲੈਂਦਾ ਹੈ, ਬਖਸ਼ਿਸ਼ਾਂ ਗਵਾ ਲੈਂਦਾ। ਇਹ ਬਖਸ਼ਿਸ਼ਾਂ ਸਾਹਮਣੀਆਂ ਬੜੀਆਂ ਔਖੀਆਂ। ਤਖਤ ਮਿਲ ਜਾਂਦੇ ਆ ਬੰਦੇ ਨੂੰ, ਚੌਧਰੀਆਂ ਮਿਲ ਜਾਂਦੀਆਂ ਬੰਦੇ ਨੂੰ, ਤੇ ਬੰਦੇ ਵੱਡੀਆਂ ਵੱਡੀਆਂ ਕੁਰਸੀਆਂ ਦੇ ਉੱਪਰ ਸੁਸ਼ੋਭਿਤ ਹੋ ਜਾਂਦੇ ਆ, ਪਰ ਸਾਹਮਣੀਆਂ ਬੜੀਆਂ ਔਖੀਆਂ ਨੇ। ਜਦੋਂ ਮੇਰਾ ਮਾਲਕ ਜੀ ਫਿਰ ਬਖਸ਼ਿਸ਼ਾਂ ਖੋਹਦਾ ਨਾ, ਫਿਰ ਸਤਿਗੁਰੂ ਜੀ ਨੀਵਿਆਂ ਨੂੰ ਉੱਚੇ ਕਰ ਦਿੰਦਾ ਤੇ ਉੱਚਿਆਂ ਨੂੰ ਨੀਵੇਂ ਕਰ ਦਿੰਦਾ। ਅਰਸ਼ਾਂ ਤੋਂ ਫਰਸ਼ਾਂ ਤੇ ਲੈ ਆਉਂਦਾ ਤੇ ਫਰਸ਼ਾਂ ਤੋਂ ਅਰਸ਼ਾਂ ਤੇ ਲੈ ਜਾਂਦਾ। ਜੋ ਨੀਚ ਕਰੇ ਮੇਰਾ ਗੋਬਿੰਦ, ਤੇ ਇਹ ਉੱਚੇ ਨੂੰ ਨੀਵੇਂ ਕਰ ਦਿੰਦਾ ਹੈ। ਸਤਿਗੁਰੂ ਜੀ ਕਹਿੰਦੇ ਨੀਚੋ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨੰਦਰੈ, ਤੇ ਨੀਵਿਆਂ ਨੂੰ ਉੱਚੇ ਕਰਨ ਵਾਲਾ ਹੈ ਗੁਰੂ। ਕਹਿੰਦੇ ਜੇ ਬਖਸ਼ਿਸ਼ਾਂ ਵਾਪਸ ਲੈ ਲਵੇ ਤੇ ਸੱਚ ਜਾਣੋ ਤੇ ਫਿਰ ਕਦੇ ਕੱਖ ਨਹੀਂ ਰਹਿੰਦਾ। ਇੱਥੇ ਕਵੀ ਜੀ ਦੱਸਦੇ ਪਏ ਨੇ ਵੀ ਗੁਰੂ ਸਾਹਿਬ ਜੀ ਉਸ ਬਹਾਦਰ ਸ਼ਾਹ ਨੂੰ ਕਹਿੰਦੇ ਪਏ ਨੇ, ਕਹਿੰਦੇ ਬਹਾਦਰ ਸ਼ਾਹ ਸੋਹਣਾ, ਕਹਿੰਦੇ ਤਬ ਹਮ ਅਜਮਤ ਆਪਣੀ ਤਿਸ ਤੇ ਸਭ ਲੈ ਹੈ। ਅਜਮਤ ਦਾ ਅਰਥ ਕੀ ਹੈ? ਵਡਿਆਈਆਂ, ਖੁਸ਼ੀਆਂ। ਜਿਹੜੇ ਉਹਨੂੰ ਵਡਿਆਈਆਂ ਦਿੱਤੀਆਂ ਸੀ, ਕਿਹਨੂੰ? ਬੰਦਾ ਸਿੰਘ ਬਹਾਦਰ ਨੂੰ। ਕਹਿੰਦੇ ਜੇ ਆਹ ਚੀਜ਼ ਹੋ ਗਈ ਨਾ ਤੇ ਇਸ ਤਰ੍ਹਾਂ ਦਾ ਹਾਲ ਹੋ ਗਿਆ, ਫਿਰ ਯਾਦ ਰੱਖੀ ਜਿੰਨੀਆਂ ਬਖਸ਼ਿਸ਼ਾਂ ਤੇ ਸਾਰੀਆਂ ਅਸੀਂ ਉਹਨਾਂ ਤੋਂ ਵਾਪਸ ਲੈ ਲੈਣੀਆਂ। ਕਦੋਂ ਲੈਣੀਆਂ? ਜਦੋਂ ਉਹ ਗੁਰੂ ਤੋਂ ਬੇਮੁਖ ਹੋ ਜਾਏਗਾ। ਜੇ ਉਹ ਗੁਰੂ ਤੋਂ ਬੇਮੁਖ ਹੋ ਗਿਆ ਫਿਰ ਅੱਜ ਤਾਂ ਵਾਪਸ ਲੈ ਲਵਾਂਗੇ, ਜੇ ਗੁਰੂ ਨਾਲ ਜੁੜੇ ਰਿਹਾ ਤੇ ਫਿਰ ਉਹਦੇ ਕੋਲੇ ਬਖਸ਼ਿਸ਼ਾਂ ਰਹਿਣਗੀਆਂ। ਸੋ ਗੁਰੂ ਸਵਾਰੋ, ਇਹਨਾਂ ਸ਼ਬਦਾਂ ਦੇ ਨਾਲ ਹੀ ਸਮਾਪਤੀ ਹੈ ਜੀ। ਇੱਥੇ ਹੀ ਸਮਾਪਤੀ। ਰਹਿੰਦੇ ਪ੍ਰਸੰਗ ਨੂੰ ਕੱਲ ਦੇ ਦੀਵਾਨ ਦੇ ਅੰਦਰ ਭਾਈ ਸਾਹਿਬ ਜੀ ਤੋਂ ਸਰਵਣ ਕਰਾਂਗੇ। ਸੋ ਆਪ ਸਰਬ ਸੰਗਤਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਪਿਆਰ ਤੇ ਸਤਿਕਾਰ ਦੇ ਨਾਲ ਬੈਠ ਕਰਕੇ ਗੁਰੂ ਇਤਿਹਾਸ, ਗੁਰੂ ਦੀ ਵਿਚਾਰ ਨੂੰ ਸਰਵਣ ਕੀਤਾ ਹੈ। ਕੋਟਾਨ ਕੋਟ ਸ਼ੁਕਰ ਹੈ ਮੇਰੇ ਸਤਿਗੁਰੂ ਜੀ ਦਾ, ਜਿਨ੍ਹਾਂ ਨੇ ਨਵਾਣੇ ਜੇ ਸਿੱਖ ਨੂੰ ਨਵਾਜਿਆ ਹੈ। ਇਸ ਸਥਾਨ ਦੇ ਉੱਪਰ ਹਾਜ਼ਰੀ ਭਰਨ ਦਾ ਸਮਾਂ ਮਿਲਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸਿੰਘ ਸਾਹਿਬ ਗਿਆਨੀ ਗੁਰਜੰਟ ਸਿੰਘ ਜੀ ਗ੍ਰੰਥੀ, ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਸਾਰੇ ਸਿਵਨ ਧੰਨਵਾਦ ਕਿ ਜਿਨ੍ਹਾਂ ਨੇ ਬੜਾ ਪਿਆਰ ਦਿੱਤਾ ਹੈ। ਅਸੀਂ
ਫਿਰ ਕਦੇ ਸਮਾਂ ਮਿਲਿਆ ਆਪ ਜੀ ਦੇ ਦਰਸ਼ਨ ਜ਼ਰੂਰ ਕਰਾਂਗੇ, ਫਿਰ ਹਾਜ਼ਰੀ ਭਰਾਂਗੇ। ਇੰਨੇ ਸ਼ਬਦਾਂ ਦੇ ਨਾਲ ਹੀ ਸਮਾਪਤੀ ਹੈ ਜੀ। ਆਪ ਸਰਵ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੁਤਰੇ ਪਾਰ, ਜੋ ਸਰਦਾ ਕਰ ਸੇਮੰਦੇ, ਗੁਰ ਪਾਰ ਤਾਰਨਹਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਿਆਲ। ਏਕ ਅਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਏਕ ਅਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।